ਦੇਖਤ ਮਨ ਸਾਧਾਰਿਆ, ਵਡ ਭਾਗੀ ਪ੍ਰਭ ਆਏ ਮਿਲ। ਜਨ ਨਾਨਕ ਖਿਨ ਖਿਨ ਵਾਰਿਆ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰ ਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਗੁਰ ਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ। ਗੁਰ ਗੋਵਿੰਦ ਗੋਵਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੰਚਲ ਚੀਤ ਨਾ ਰਹੀ ਖਾਏ, ਚੋਰੀ ਬਿਰਖ ਅੰਗੂਰੀ ਖਾਏ। ਚੰਚਲ ਚੀਤ ਨਾ ਰਹੀ ਖਾਏ, ਚੋਰੀ ਬਿਰਖ ਅੰਗੂਰੀ ਖਾਏ। ਚਰਨ ਕਮਲ ਗੁਣ ਧਾਰੇ ਜੀਤ, ਚਿਰ ਜੀਵਨ ਚੇਤਨ ਨਿਤ ਨੀਤ। ਚਿੰਤਤ ਕੀ ਦਿਸੈ ਸਭ ਕੋਇ, ਚੇਤਨ ਏਕ ਤਹਿ ਸੁਖ ਹੋਏ। ਚਿਤ ਵਸੈ ਰਾਜੈ ਹਰਿ ਨਾਏ, ਮੁਕਤ ਭਇਆ ਪਤ ਸਿਉ ਘਰ ਜਾਏ। ਚਿਤ ਵਸੈ ਰਾਜੈ ਹਰਿ ਨਾਏ, ਮੁਕਤ ਭਇਆ ਪਤ ਸਿਉ ਘਰ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨ ਦਇਆਲ ਮਿਹਰਬਾਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਵਿੱਚ
ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, 932 ਅੰਗ ਤੇ ਦੱਖਣੀ ਓੰਕਾਰ ਬਾਣੀ ਦੇ ਅੰਦਰ ਇਹ 23ਵੀਂ ਪੌੜੀ ਹੈ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਇਹ ਮਹਾਨ ਕਲਿਆਣਕਾਰੀ ਉਪਦੇਸ਼ ਸਾਨੂੰ ਸੰਸਾਰੀ ਜੀਵਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਤੋ ਜਿਵੇਂ ਮਹਾਰਾਜ ਸਾਹਿਬ ਜੀ ਰਹਿਮਤ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੰਚਲ ਚੀਤ ਨਾ ਰਹੀ ਠਾਏ। ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਸੰਸਾਰ ਦੇ ਜੀਵਾਂ ਦਾ ਚਿੱਤ ਚੰਚਲ ਹੋ ਰਿਹਾ ਹੈ। ਚੰਚਲ ਤੋਂ ਭਾਵ ਹੈ ਭੱਜਣ ਵਾਲਾ, ਦੌੜਨ ਵਾਲਾ, ਤੇਜ਼ ਤਰਾਰਾ ਹੋ ਰਿਹਾ ਹੈ। ਹਰ ਵੇਲੇ ਚੰਚਲ, ਜਿਸ ਦੇ ਵਿੱਚ ਚੱਲ ਚੱਲ ਹੀ ਬਣੀ ਰਹਿੰਦੀ ਹੈ। ਚੱਲ ਚੱਲ ਹਰ ਵੇਲੇ ਚੱਲਦਾ ਹੀ ਰਹਿੰਦਾ ਹੈ। ਚੰਚਲ ਚੀਤ, ਇਹ ਚਿੱਤ ਚੰਚਲ ਹੋ ਰਿਹਾ ਹੈ। ਨਾ ਰਹੀ ਠਾਏ, ਨਹੀਂ ਰਹਿੰਦਾ ਹੈ ਇਹ ਸ਼ਬਦ ਰੂਪੀ ਥਾਂ ਦੇ ਵਿੱਚ ਟਿਕ ਕਰਕੇ। ਨਹੀਂ ਰਹਿੰਦਾ ਹੈ ਇਹ ਹਿਰਦੇ ਰੂਪੀ ਥਾਂ ਤੇ ਟਿਕ ਕਰਕੇ। ਨਹੀਂ ਰਹਿੰਦਾ ਹੈ ਸਤ ਸੰਗਤ ਰੂਪੀ ਥਾਂ ਦੇ ਵਿੱਚ ਸਥਿਤ ਹੋ ਕਰਕੇ ਟਿਕ ਕੇ। ਨਹੀਂ ਰਹਿੰਦਾ ਹੈ ਇਹ ਅੰਤਰਮੁਖੀ ਅੰਤਰਾਤਮੇ ਥਾਂ ਦੇ ਵਿੱਚ ਟਿਕ ਕੇ। ਹਰ ਵੇਲੇ ਚਿੱਤ ਜਿਹੜਾ ਹੈ ਇਹ ਚੰਚਲ ਹੋ ਰਿਹਾ ਹੈ, ਭੱਜਣ ਦੌੜਨ ਵਾਲਾ ਹੋ ਰਿਹਾ ਹੈ। ਭੱਜਦਾ ਹੀ ਰਹਿੰਦਾ ਹੈ, ਦੌੜਦਾ ਹੀ ਰਹਿੰਦਾ ਹੈ। ਮਾੜੀ ਸੰਗਤ ਕਰਕੇ, ਵਿਸ਼ਿਆਂ ਦੀ ਸੰਗਤ ਕਰਕੇ ਇਸ ਦੀ ਹਾਲਤ ਡਾਵਾਂਡੋਲ ਬਣੀ ਹੋਈ ਹੈ। ਟਿਕਾ ਦੇ ਸਹਿਤ ਨਹੀਂ ਹੈ, ਇੱਕ ਥਾਂ ਤੇ ਟਿਕਣ ਵਾਲਾ ਨਹੀਂ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਏ ਆਲੇ। ਲੋਭੀ ਜੀਅਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਇਸ ਦੀ ਐਸੀ ਹਾਲਤ ਹੋ ਰਹੀ ਹੈ, ਇਹ ਲੋਭੀ ਜੀਅੜਾ ਚਾਰੇ ਕੁੰਡਾਂ ਨੂੰ ਭੱਜਦਾ ਹੈ, ਚਾਰ ਕੁੰਡਾਂ ਨੂੰ ਦੌੜਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਫਰਮਾਇਆ ਹੈ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਇਹ ਮਨ ਇੱਕ ਪੰਛੀ ਦੀ ਨਿਆਈ ਹੈ ਔਰ ਉਡਾਰੀਆਂ ਮਾਰ ਕਰਕੇ ਫੁਰਨਿਆਂ ਦੀਆਂ 10 ਦਿਸ਼ਾਵਾਂ ਨੂੰ ਜਾਂਦਾ ਹੈ। ਜੋ ਜੀਵ ਜਿਸ ਤਰ੍ਹਾਂ ਦੀ ਸੰਗਤ ਵਿੱਚ ਮਿਲਦਾ ਹੈ, ਉਸ ਤਰ੍ਹਾਂ ਦਾ ਫਲ ਉਹਨੂੰ ਖਾਣਾ ਪੈਂਦਾ ਹੈ। ਚੰਗੀ ਮਾੜੀ ਸੰਗਤ ਦਾ ਪ੍ਰਭਾਵ ਇਸ ਮਨ ਦੇ ਉੱਤੇ ਹੁੰਦਾ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਇਹ ਮਨ ਦੀ ਹਾਲਤ ਤੇ ਚਿੱਤ ਦੀ ਹਾਲਤ ਇਸ ਤਰ੍ਹਾਂ ਦੀ ਹੈ, ਇਹ ਚੰਚਲਤਾਈ ਦੇ ਸਹਿਤ ਹੋ ਰਿਹਾ ਹੈ, ਭੱਜਣ ਦੌੜਨ ਵਾਲਾ ਹੋ ਰਿਹਾ ਹੈ। ਨਾ ਰਹੇ ਠਾਏ, ਇਹ ਟਿਕ ਕੇ ਥਾਂ ਤੇ ਟਿਕਾ ਦੇ ਸਹਿਤ ਨਹੀਂ ਹੁੰਦਾ ਹੈ, ਸ਼ਬਦ ਦੇ ਵਿੱਚ ਨਹੀਂ ਜੁੜਦਾ ਹੈ। ਚੋਰੀ ਮਿਰਗ ਅੰਗੂਰੀ ਖਾਏ। ਜਿਵੇਂ ਅੰਗੂਰੀ ਕਹਿੰਦੇ ਹਨ ਕਿ ਨਵੀਂ ਨਵੀਂ ਜਿਹੜੀ ਉੱਗੀ ਹੋਈ ਫਸਲ ਹੈ, ਨਵੀਆਂ ਨਵੀਆਂ ਕੁਰੰਬਲੀਆਂ ਹਨ, ਤੇ ਉੱਥੇ ਆ ਕੇ ਹਿਰਨ ਉਹ ਚੋਰੀ ਚੋਰੀ ਰਾਤ ਦੇ ਮੌਕੇ ਤੇ ਉਹ ਨਵੀਂ ਅੰਗੂਰੀ ਨੂੰ ਖਾ ਜਾਂਦੇ ਹਨ, ਨਵੀਆਂ ਕੁਰੰਬਲੀਆਂ ਨੂੰ ਖਾ ਜਾਂਦੇ। ਇਸੇ ਪ੍ਰਕਾਰ ਇਹ
ਚਿੱਤ ਐਸਾ ਚੰਚਲ ਹੋ ਰਿਹਾ ਹੈ, ਮਿਰਗਾਂ ਦੀ ਤਰ੍ਹਾਂ, ਹਿਰਨਾਂ ਦੀ ਤਰ੍ਹਾਂ। ਇਹ ਵੀ ਚੋਰੀ ਚੋਰੀ ਅੰਗੂਰੀ ਖਾਂਦਾ ਹੈ ਵਿਕਾਰਾਂ ਦੀ। ਜੋ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੈ, ਲੁਕ ਕੇ, ਛਿਪ ਕੇ। ਇਹ ਮਹਾਰਾਜ ਕਹਿੰਦੇ ਚੋਰੀ ਹੀ ਮਿਰਗ ਦੀ ਤਰ੍ਹਾਂ, ਹਿਰਨ ਦੀ ਤਰ੍ਹਾਂ, ਵਿਸ਼ਿਆਂ ਦੀ, ਪਾਪਾਂ ਦੀ, ਵਿਕਾਰਾਂ ਦੀ ਨਵੀਂ ਅੰਗੂਰੀ ਖਾਂਦਾ ਹੈ। ਇਹ ਵੀ ਨਵੇਂ ਨਵੇਂ ਵਿਕਾਰ ਭੋਗਦਾ ਹੈ। ਤਾਂ ਇਹ ਜਾਣੋ ਕਿ ਹਿਰਨ ਦੀ ਤਰ੍ਹਾਂ, ਜਿਵੇਂ ਹਿਰਨ ਉਹ ਰਾਤ ਨੂੰ ਲੁਕ ਛਿਪ ਕਰਕੇ ਨਵੀਆਂ ਨਵੀਆਂ ਕੁਰੰਬਲੀਆਂ ਖਾ ਜਾਂਦਾ ਹੈ, ਇਸੇ ਤਰ੍ਹਾਂ ਜੀਵ ਦਾ ਮਨ, ਜੀਵ ਦਾ ਚਿੱਤ ਇਹ ਵਿਕਾਰਾਂ ਰੂਪੀ ਕੁਰੰਬਲੀਆਂ ਨੂੰ ਖਾਂਦਾ ਰਹਿੰਦਾ, ਲੁਕ ਛਿਪ ਕਰਕੇ ਪਾਪ ਕਰਦਾ ਰਹਿੰਦਾ ਹੈ। ਮਨ ਐਸਾ ਇਹ ਚੰਚਲ ਹੈ, ਐਸੀ ਇਹ ਚਿੱਤ ਦੀ ਹਾਲਤ ਹੈ। ਤਾਂ ਸਭ ਤੋਂ ਤੇਜ ਇਹ ਮਨੁੱਖ ਦਾ ਮਨ ਹੈ। ਭਾਵੇਂ ਤੇਜ ਹੋਰ ਵੀ ਬਹੁਤ ਕੁਝ ਕਿਹਾ ਜਾਂਦਾ ਹੈ, ਜਿਵੇਂ ਬਿਜਲੀ ਨੂੰ ਵੀ ਬੜਾ ਤੇਜ ਮੰਨਿਆ ਹੈ। ਆਕਾਸ਼ੀ ਬਿਜਲੀ ਬੱਦਲਾਂ ਦੇ ਵਿੱਚ ਚਮਕਾਰੇ ਮਾਰਦੀ ਹੈ, ਹਵਾ ਨੂੰ ਤੇਜ ਮੰਨਿਆ ਹੈ। ਪਰ ਇਹ ਮਨ ਜਿਹੜਾ ਇਹ ਸਭ ਤੋਂ ਤੇਜ ਹੈ। ਮਹਾਂਪੁਰਖ ਦਾ ਬਚਨ ਹੈ, ਚਲ ਦਲ ਪੱਤਰ ਪਟਾਕ ਪੱਟ ਦਾਮਨ ਕਸ਼ਪ ਮਾਥ, ਭੂਤ ਦੀਪ ਦੀਪਕ ਸਿਖਾਈਓ ਮਨ ਬਿਰਤ ਅਨਾਥ। ਜਿਵੇਂ ਕਹਿੰਦੇ ਕਿ ਪਿੱਪਲ ਦਾ ਚੋਟੀ ਵਾਲਾ, ਸਿਖਰ ਵਾਲਾ ਜਿਹੜਾ ਪੱਤਾ ਹੈ, ਉਹ ਹਰ ਵੇਲੇ ਹਿਲਦਾ ਰਹਿੰਦਾ, ਹੌਲਾ ਜਿਹਾ ਹੁੰਦਾ ਹੈ, ਥੋੜ੍ਹੀ ਜਿਹੀ ਹਵਾ ਆਉਣ ਦੇ ਨਾਲ ਵੀ ਹਿਲਦਾ ਰਹਿੰਦਾ। ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ, ਉਹ ਸਦਾ ਹਿਲਦਾ ਰਹਿੰਦਾ। ਜਿਵੇਂ ਦਾਮਨ ਆਕਾਸ਼ੀ ਬਿਜਲੀ, ਉਹ ਹਿਲਦੀ ਰਹਿੰਦੀ ਹੈ, ਚਮਕਾਰੇ ਮਾਰਦੀ, ਬੜੀ ਤੇਜ਼ ਹੈ। ਕਦੀ ਇੱਧਰ ਚਮਕਾਰਾ ਮਾਰਦੀ, ਕਦੀ ਉੱਧਰ ਚਮਕਾਰਾ ਮਾਰਦੀ। ਜਿਵੇਂ ਕੱਛੂ ਦੀ ਸਿਰੀ, ਕਦੀ ਬਾਹਰ ਕੱਢਦਾ, ਕਦੀ ਅੰਦਰ ਲੈ ਜਾਂਦਾ ਹੈ, ਸੰਕੋਚ ਲੈਂਦਾ ਹੈ। ਇਸੇ ਪ੍ਰਕਾਰ ਜਿਵੇਂ ਦੀਵੇ ਦੀ ਲਾਟ, ਭੂਤ ਦੀ ਅੱਗ, ਇਸ ਤਰ੍ਹਾਂ ਦੀ ਕਹਿੰਦੇ ਮਨ ਦੀ ਬਿਰਤੀ ਹੈ। ਮਨ ਵੀ ਇਹਨਾਂ ਚੀਜ਼ਾਂ ਦੀ ਤਰ੍ਹਾਂ ਇਹ ਤੇਜ਼ ਹੀ ਹੈ। ਮਨ ਵੀ ਟਿਕਾ ਦੇ ਸਹਿਤ ਨਹੀਂ ਹੁੰਦਾ। ਤੋ ਮਨ ਦੀ ਹਾਲਤ ਤਾਂ ਪਾਣੀ ਵਰਗੀ ਹੈ। ਜਿਵੇਂ ਪਾਣੀ ਦਾ ਆਪਣਾ ਕੋਈ ਰੰਗ ਰੂਪ ਨਹੀਂ ਹੈ, ਤੇ ਪਾਣੀ ਜਿਹੜੇ ਰੰਗ ਦੇ ਨਾਲ ਮਿਲਦਾ ਹੈ, ਜਿਹੜੇ ਰੰਗ ਦੀ ਸੰਗਤ ਕਰਦਾ ਹੈ, ਪਾਣੀ ਉਸੇ ਰੰਗ ਦਾ ਹੋ ਜਾਂਦਾ। ਜਿਵੇਂ ਪਾਣੀ ਦੇ ਵਿੱਚ ਕੋਈ ਦੁੱਧ ਪਾ ਦੇਵੇ ਤੇ ਉਹ ਕੱਚੀ ਲੱਸੀ ਜੀ ਬਣ ਕੇ ਦੁੱਧ ਦੇ ਰੰਗ ਨੂੰ ਧਾਰਨ ਕਰ ਲੈਂਦਾ। ਪਾਣੀ ਦੇ ਵਿੱਚ ਕੋਈ ਹੋਰ ਰੰਗ ਪਾ ਦਿੱਤਾ ਜਾਵੇ, ਲਾਲ ਰੰਗ, ਪੀਲਾ ਰੰਗ, ਨੀਲਾ ਰੰਗ, ਕਾਲਾ ਰੰਗ ਪਾ ਦਿੱਤਾ ਜਾਵੇ, ਪਾਣੀ ਉਸੇ ਰੰਗ ਦਾ ਹੀ ਹੋ ਜਾਂਦਾ। ਪਾਣੀ ਦਾ ਆਪਣਾ ਕੋਈ ਰੰਗ ਹੈ ਹੀ ਨਹੀਂ। ਇਸੇ ਤਰ੍ਹਾਂ ਮਨ ਦੀ ਵੀ ਐਸੀ ਹਾਲਤ ਹੈ। ਮਨ ਜਿਹੋ ਜਿਹੇ ਰੰਗ ਵਿੱਚ ਮਿਲਦਾ ਹੈ, ਜਿਹੋ ਜਿਹੀ ਸੰਗਤ ਵਿੱਚ ਮਿਲਦਾ ਹੈ, ਮਨ ਉਹੋ ਜਿਹਾ ਹੀ ਹੋ ਜਾਂਦਾ ਹੈ। ਤਾਂ ਇਹ ਚੰਚਲ ਹੈ, ਹਰ ਵੇਲੇ ਤੇਜ਼ ਹੀ ਹੈ, ਹਰ ਵੇਲੇ ਦੌੜਨ ਵਾਲਾ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਜਿਵੇਂ ਹਿਰਨ ਦਾ ਇੱਥੇ ਜ਼ਿਕਰ ਕੀਤਾ, ਮਿਰਗ ਦਾ, ਮਿਰਗ ਕਿਉਂਕਿ ਬੜਾ ਤੇਜ਼ ਹੈ, ਤੇਜ਼ ਭੱਜਣ ਵਾਲਾ, ਇਸੇ ਤਰ੍ਹਾਂ ਇਹ ਮਨ ਵੀ ਤੇਜ਼ ਦੌੜਨ ਵਾਲਾ ਹੈ। ਜਿਵੇਂ ਹਿਰਨ ਉਹ ਨਵੀਆਂ ਨਵੀਆਂ ਕੁਰੰਬਲੀਆਂ ਖਾਂਦਾ ਹੈ, ਇਸੇ ਤਰ੍ਹਾਂ ਇਹ ਜੀਵ ਦਾ ਚਿੱਤ ਇਹ ਵੀ ਚੋਰੀ ਵਿਕਾਰਾਂ ਦੀਆਂ ਕੁਰੰਬਲੀਆਂ ਖਾਂਦਾ ਹੈ। ਹਰ ਵੇਲੇ ਵਿਕਾਰਾਂ ਬਾਰੇ ਸੋਚਦਾ ਹੈ ਤੇ ਵਿਕਾਰ ਭੋਗਦਾ ਹੈ। ਇਸ ਕਰਕੇ ਚਿੱਤ ਜਿਹੜਾ ਹੈ ਟਿਕ ਕੇ ਨਹੀਂ ਰਹਿੰਦਾ, ਇਹ ਚੰਚਲ ਹੋਇਆ ਰਹਿੰਦਾ ਹੈ। ਚਰਨ ਕਮਲ ਪੁਰ ਧਾਰੇ ਕੀਤ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਇਹ ਟਿਕੇਗਾ ਕਿਵੇਂ? ਜਦੋਂ ਜੀਵ ਆਪਣੇ ਹਿਰਦੇ ਦੇ ਵਿੱਚ, ਆਪਣੇ ਚਿੱਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਧਾਰਨ ਕਰੇ। ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨੂੰ ਔਰ ਕਹੀਏ ਹਿਰਦੇ ਦੇ ਵਿੱਚ, ਆਪਣੇ ਚਿੱਤ ਦੇ ਵਿੱਚ ਧਾਰਨ ਕਰੇ, ਵਸਾਵੇ। ਫਿਰ ਇਹ ਚਿੱਤ ਚੰਚਲ ਜਿਹੜਾ ਹੈ ਇਹ ਟਿਕਾ ਦੇ ਸਹਿਤ ਹੋ ਸਕਦਾ ਹੈ।
ਫਿਰ ਟਿਕ ਸਕਦਾ ਹੈ ਚਿੱਤ। ਪ੍ਰਭੂ ਜੀ ਦੇ ਚਰਨ ਜਿਹੜੇ ਕਮਲ ਫੁੱਲ ਦੀ ਨਿਆਈ ਨਿਰਲੇਪ ਹਨ ਸਭ ਪਦਾਰਥਾਂ ਤੋਂ, ਜਿਵੇਂ ਪਾਣੀ ਵਿੱਚ ਰਹਿੰਦਿਆਂ ਹੋਇਆਂ ਕਮਲ ਫੁੱਲ ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਸਾਰੇ ਥਾਂ ਤੇ ਵਸਦੇ ਹੋਏ ਸਭ ਤੋਂ ਨਿਰਲੇਪ ਹਨ। ਜੋ ਭਗਤੀ ਰੂਪੀ ਸੁਗੰਧੀ ਵਾਲੇ ਵਾਹਿਗੁਰੂ ਜੀ ਦੇ ਚਰਨ ਹਨ, ਨਾਮ ਰੂਪੀ ਚਰਨ, ਚਿੱਤ ਚਰਨ ਨਾਮ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਐਸੇ ਜੋ ਸ਼ਬਦ ਰੂਪੀ ਚਰਨ, ਨਾਮ ਰੂਪੀ ਚਰਨ ਮਹਾਰਾਜ ਸਾਹਿਬ ਜੀ ਦੇ ਚਰਨ ਹਿਰਦੇ ਦੇ ਵਿੱਚ ਧਾਰਨ ਕਰੇ, ਤਾਂ ਹੀ ਇਹ ਚਿੱਤ ਟਿਕਾ ਦੇ ਸਹਿਤ ਹੋ ਸਕਦਾ ਹੈ, ਨਹੀਂ ਤਾਂ ਚਿੱਤ ਦੀ ਚੰਚਲਤਾ ਨਹੀਂ ਮਿਟ ਸਕਦੀ। ਮਹਾਰਾਜ ਸਾਹਿਬ ਕਹਿੰਦੇ ਚੰਚਲ ਹੀ ਰਹਿੰਦਾ ਹੈ, ਭੱਜਣ ਦੌੜਨ ਵਾਲਾ ਹੀ ਰਹਿੰਦਾ ਹੈ, ਕਿਉਂਕਿ ਸ਼ਬਦ ਇਹਦੇ ਨਾਲੋਂ ਵੀ ਤੇਜ਼ ਹੈ। ਜਿੱਥੇ ਮਨ ਤੇਜ਼ ਹੈ ਉਥੇ ਗੁਰੂ ਕਾ ਸ਼ਬਦ ਇਹਨੂੰ ਫੜਨ ਵਾਸਤੇ ਇਹਦੇ ਨਾਲੋਂ ਤੇਜ਼ ਹੈ। ਜਦੋਂ ਸ਼ਬਦ ਦਾ ਅਭਿਆਸ ਕਰੇਗਾ, ਸ਼ਬਦ ਨਾਲ ਜੁੜੇਗਾ, ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕਰੇਗਾ, ਫਿਰ ਇਹ ਚੰਚਲ ਚਿੱਤ ਟਿਕਾ ਦੇ ਸਹਿਤ ਹੋ ਜਾਵੇਗਾ। ਚਿਰ ਜੀਵਨ ਚੇਤਨ ਨਿਤ ਨੀਤ। ਉਹ ਪਰਮੇਸ਼ਰ ਹੈ ਚਿਰ ਜੀਵਨ, ਚਿਰ ਜੀਵੀ ਹੈ। ਉਸ ਜਿੱਡਾ ਵੱਡਾ ਕੋਈ ਚਿਰ ਜੀਵੀ ਨਹੀਂ ਹੈ। ਉਹ ਵਾਹਿਗੁਰੂ ਪਰਮੇਸ਼ਰ ਆਪ ਚਿਰ ਜੀਵੀ ਹੈ, ਕਿਉਂਕਿ ਹਰ ਇੱਕ ਦੀ ਉਮਰ ਦੀ ਸੀਮਾ ਹੈ। ਕਿਸੇ ਦੀ 50 ਸਾਲ ਉਮਰ ਹੈ, ਕਿਸੇ ਦੀ 60 ਸਾਲ ਹੈ, ਕਿਸੇ ਦੀ 100 ਸਾਲ ਹੈ, ਕਿਸੇ ਦੀ 150 ਸਾਲ ਹੈ। ਵੱਖ-ਵੱਖ ਯੁੱਗਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਜੀਵਾਂ ਦੀ ਵੱਖਰੀ ਵੱਖਰੀ ਉਮਰ ਵੀ ਹੋਈ ਹੈ। ਪਰ ਪਰਮੇਸ਼ਰ ਵਾਹਿਗੁਰੂ ਜੀ ਦੀ ਉਮਰ ਦਾ ਤੇ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਉਹ ਪਰਮੇਸ਼ਰ, ਇਹ ਨਹੀਂ ਉਹਨੂੰ ਕਿਹਾ ਜਾ ਸਕਦਾ ਵੀ ਇੰਨੀ ਕੁ ਉਹਦੀ ਉਮਰ ਹੈ, ਕਿਉਂਕਿ ਉਹ ਸਦਾ ਵਾਸਤੇ ਰਹਿਣ ਵਾਲਾ ਹੈ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਹੈ, ਸ੍ਰਿਸ਼ਟੀ ਦੀ ਰਚਨਾ ਦੇ ਵਿੱਚ ਵੀ ਹੈ। ਉਹਦੇ ਹੁਕਮ ਦੇ ਨਾਲ ਹਜ਼ਾਰਾਂ ਸਦੀਆਂ ਬੀਤ ਜਾਂਦੀਆਂ ਹਨ, ਹਜ਼ਾਰਾਂ ਯੁੱਗ ਬੀਤ ਜਾਂਦੇ ਹਨ, ਪਰ ਉਹ ਪਰਮੇਸ਼ਰ ਤੇ ਸਦਾ ਸਲਾਮਤ ਹੈ। ਆਦਿ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਸ੍ਰਿਸ਼ਟੀ ਦੇ ਆਰੰਭ ਵਿੱਚ ਵੀ ਉਹ ਸੱਚ ਸਰੂਪ ਹੈ। ਉਹਨੇ ਯੁੱਗ ਪੈਦਾ ਕੀਤੇ, ਯੁੱਗਾਂ ਦੇ ਵਿੱਚ ਵੀ ਉਹ ਸੱਚ ਸਰੂਪ ਹੈ। ਹੁਣ ਵੀ ਸੱਚ ਸਰੂਪ ਹੈ। ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਸੱਚਾ ਹੋਣਾ ਹੈ, ਸਦਾ ਹੀ ਰਹਿਣਾ ਹੈ। ਇਸ ਕਰਕੇ ਉਸ ਨੂੰ ਆਖਿਆ ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਚਿਰ ਜੀਵਨ ਹੈ। ਬਾਕੀ ਚਿਰ ਜੀਵੀ ਹੋਰ ਲੋਕ ਵੀ ਉਹਦੇ ਹੁਕਮ ਦੇ ਨਾਲ ਹੋਏ ਹਨ, ਪਰ ਉਹਨਾਂ ਦੀ ਫਿਰ ਵੀ ਸਮਾਪਤੀ ਹੋ ਗਈ, ਉਹਨਾਂ ਦੀ ਉਮਰ ਸਮਾਪਤ ਹੋ ਗਈ। ਉਹ ਸਭ ਤੋਂ ਵੱਡਾ ਚਿਰ ਜੀਵੀ ਤਾਂ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਚਿਰ ਜੀਵਨ ਚੇਤਨ, ਫਿਰ ਉਹ ਚੇਤਨ ਸਰੂਪ ਹੈ। ਜਿੰਨੀ ਵੀ ਸੰਸਾਰ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਚੇਤਨਤਾ ਹੀ ਹੈ, ਇਹ ਵਾਹਿਗੁਰੂ ਪਰਮੇਸ਼ਰ ਦੀ ਦਿੱਤੀ ਹੋਈ ਚੇਤਨਤਾ ਹੀ ਹੈ। ਸੋ ਸਾਡਾ ਸਰੀਰ ਹਰਕਤ ਕਰਦਾ ਹੈ, ਇਹ ਸਾਰੀ ਚੇਤਨਤਾ ਹੀ ਵਾਹਿਗੁਰੂ ਪਰਮੇਸ਼ਰ ਦੀ ਹੀ ਹੈ। ਇਹ ਚੇਤਨ ਫਿਰ ਨਿਤ ਨੀਤ, ਨਿਤਾ ਪ੍ਰਤੀ ਨੀਤ, ਉਹ ਨਵਾਂ ਹੈ ਔਰ ਨਿਤ ਰਹਿਣ ਵਾਲਾ ਹੈ, ਚੇਤਨ ਸਰੂਪ ਹੈ। ਸਾਰੀ ਹਰਕਤ ਉਹਦੇ ਨਾਲ ਹੋ ਰਹੀ ਹੈ, ਉਹਦੀ ਸੱਤਾ ਦੇ ਨਾਲ। ਐਸੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਨਿਤ ਨੀਤ, ਨਿਤਾ ਪ੍ਰਤੀ ਆਪਣੇ ਚਿੱਤ ਦੇ ਵਿੱਚ ਉਸ ਵਾਹਿਗੁਰੂ ਜੀ ਨੂੰ ਵਸਾਵੇ, ਤਾਂ ਮਹਾਰਾਜ ਕਹਿੰਦੇ ਇਹ ਜੀਵ ਵੀ ਪਰਮੇਸ਼ਰ ਦੇ ਨਾਲ ਮਿਲ ਕਰਕੇ ਚਿਰ ਜੀਵਨ ਵਾਲਾ ਹੋ ਜਾਵੇਗਾ। ਫਿਰ ਇਹ ਵੀ ਚੇਤਨ ਹੋ ਜਾਵੇਗਾ, ਸਾਵਧਾਨ ਤੇ ਸੁਚੇਤ ਹੋ ਜਾਵੇਗਾ, ਵਿਕਾਰਾਂ ਤੋਂ ਬਚ ਜਾਵੇਗਾ। ਔਰ ਨਿਤਾ ਪ੍ਰਤੀ ਜੇ ਇਹ ਉਹ ਨਵੀਨ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਉਹਦਾ ਸਿਮਰਨ ਕਰੇ, ਫਿਰ ਚਿਰ ਜੀਵੀ ਹੋ ਜਾਵੇਗਾ, ਇਹਨੂੰ ਅਮਰ ਜੀਵਨ ਪ੍ਰਾਪਤ ਹੋ ਜਾਵੇਗਾ। ਉਹ ਵਾਹਿਗੁਰੂ ਪਰਮੇਸ਼ਰ ਸਦਾ ਵਾਸਤੇ ਅਮਰ ਹੈ, ਸਦਾ ਵਾਸਤੇ ਅਬਿਨਾਸੀ ਹੈ, ਤੂੰ ਸਦਾ ਸਲਾਮਤ ਨਿਰੰਕਾਰ ਹੈ। ਤੇ ਉਸ ਦਾ ਸਿਮਰਨ ਕਰਕੇ, ਉਸ ਨੂੰ ਹਿਰਦੇ ਵਿੱਚ ਵਸਾ ਕਰਕੇ ਇਹ ਜੀਵ ਵੀ ਚਿਰ ਜੀਵੀ ਬਣ ਸਕਦਾ ਹੈ। ਅਮਰ ਨਾਲ ਮਿਲ ਕਰਕੇ ਇਹ ਅਮਰ ਹੋ ਜਾਵੇਗਾ, ਅਬਿਨਾਸੀ ਨਾਲ ਮਿਲ ਕਰਕੇ ਅਬਿਨਾਸੀ ਹੋ ਜਾਵੇਗਾ। ਅਮਰ ਤੇ ਅਬਿਨਾਸੀ ਕਰਨ ਵਾਸਤੇ
ਮੌਤ ਦਾ ਡਰ ਦੂਰ ਕਰਨ ਵਾਸਤੇ, ਮ੍ਰਿਤੂ ਤੋਂ ਰਹਿਤ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਦੀ ਦਾਤ, ਕਿਉਂਕਿ ਅੰਮ੍ਰਿਤ ਦਾ ਅਰਥ ਹੀ ਇਹ ਹੈ ਜੋ ਮੌਤ ਤੋਂ ਰਹਿਤ ਕਰ ਦਿੰਦਾ ਹੈ। ਮ੍ਰਿਤ ਮੌਤ ਨੂੰ ਕਹਿੰਦੇ ਹਨ ਤੇ ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲੀ ਸ਼ਕਤੀ, ਜਿਸ ਨੂੰ ਪੀ ਕਰਕੇ ਫਿਰ ਮਰੀਦਾ ਨਹੀਂ ਹੈ। ਸਰੀਰ ਨੇ ਤਾਂ ਖਤਮ ਹੋਣਾ ਹੀ ਹੈ ਇੱਕ ਦਿਨ, ਪਰ ਆਤਮਾ ਕਰਕੇ, ਰੂਹ ਕਰਕੇ ਜੀਵ ਅਮਰ ਹੋ ਜਾਂਦਾ ਹੈ, ਅਬਿਨਾਸੀ ਹੋ ਜਾਂਦਾ ਹੈ, ਅਬਿਨਾਸੀ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤ ਬਖਸ਼ਿਸ਼ ਕੀਤਾ, ਜਿਸੇ ਅੰਮ੍ਰਿਤ ਨੂੰ ਦੇਵੀ ਦੇਵਤੇ ਵੀ ਲੋਚਦੇ ਰਹੇ, ਰਿਸ਼ੀ ਮੁਨੀ ਵੀ ਲੱਭਦੇ ਰਹੇ ਕਿ ਸਾਨੂੰ ਐਸੀ ਸ਼ਕਤੀ ਪ੍ਰਾਪਤ ਹੋਵੇ ਜਿਸ ਕਰਕੇ ਫਿਰ ਅਸੀਂ ਅਮਰ ਹੋ ਜਾਈਏ। ਤਾਂ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ, ਸੁਰ ਨਾਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਨੂੰ ਖੋਜਦੇ ਰਹੇ ਹਨ ਦੇਵੀ ਦੇਵਤੇ, ਮੁਨੀ ਜਨ, ਮਹਾਤਮਾ ਜਨ, ਉਹ ਅੰਮ੍ਰਿਤ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤਾ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੁਧ ਉਪਾਏ, ਕਵੇਖ ਪਰਸਣ ਆਇਆ। ਲਬ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਮਹਾਰਾਜ ਕਹਿੰਦੇ ਜਿਹਦੇ ਉੱਤੇ ਆਪ ਕਿਰਪਾ ਕੀਤੀ, ਉਹਨਾਂ ਨੇ ਅੰਮ੍ਰਿਤ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤਾ ਹੈ। ਫਿਰ ਉਹ ਚਿਰ ਜੀਵੀ ਹੋ ਗਏ, ਉਹ ਚੇਤਨ ਦਾ ਰੂਪ ਹੋ ਗਏ, ਜਿਨ੍ਹਾਂ ਨੇ ਨਿਤ ਨੀਤ, ਨਿਤਾ ਪ੍ਰਤੀ ਉਹ ਨਿਤ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ। ਤਾਂ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਪਹਿਲਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ 9 ਸਰੂਪਾਂ ਦੇ ਵਿੱਚ ਚਰਨ ਪੌਲ ਦੀ ਬਖਸ਼ਿਸ਼ ਕੀਤੀ। ਗਰੀਬ ਨਵਾਜ ਸਾਹਿਬ ਜੀ ਚਰਨ ਪੌਲ ਦਾ ਅੰਮ੍ਰਿਤ ਦਿੱਤਾ, ਔਰ ਇਹ ਅੰਮ੍ਰਿਤ ਮਹਾਰਾਜ ਸਾਹਿਬ ਜੀ ਨੇ ਦੇ ਕਰਕੇ ਤੇ ਸਦਾ ਵਾਸਤੇ ਅਮਰ ਕਰ ਦਿੱਤਾ, ਅਬਿਨਾਸੀ ਜੀਵਨ ਦੇ ਦਿੱਤਾ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਅੰਮ੍ਰਿਤ ਪੀਣ ਵਾਲੇ, ਅੰਮ੍ਰਿਤ ਛਕਣ ਵਾਲੇ ਗੁਰੂ ਸਾਹਿਬ ਜੀ ਦੇ ਨਾਲ ਲੀਨ ਹੋ ਗਏ, ਅਭੇਦ ਹੋ ਗਏ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਆਪਣਾ ਰੂਪ ਬਣਾ ਲਿਆ। ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋ ਨਿਵਾਸ। ਤੋ ਮਹਾਰਾਜ ਸਾਹਿਬ ਜੀ ਨੇ ਇਹ ਰਹਿਮਤ ਕੀਤੀ ਹੈ। ਚਿਰ ਜੀਵਨ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ, ਚੇਤਨਤਾ ਬਖਸ਼ਿਸ਼ ਕੀਤੀ ਹੈ। 5 ਕਕਾਰੀ ਬਾਣਾ ਦੇ ਕਰਕੇ, 5 ਕਕਾਰਾਂ ਦੀ ਰਹਿਤ ਬਖਸ਼ ਕਰਕੇ, ਕੁਰੈਤਾਂ ਦਾ ਤਿਆਗ ਕਰਵਾ ਕਰਕੇ, ਮੂਲ ਮੰਤਰ ਤੇ ਗੁਰ ਮੰਤਰ ਦੀ ਦਾਤ ਬਖਸ਼ ਕਰਕੇ ਮਹਾਰਾਜ ਸਾਹਿਬ ਜੀ ਨੇ ਐਸੀ ਰਹਿਮਤ ਕੀਤੀ ਹੈ। ਤਾਂ ਆਪ ਜੀ ਦਾ ਹੁਕਮ ਹੈ, ਪ੍ਰਥਮ ਰਹਿਤ ਜਹ ਜਾਨ, ਖੰਡੇ ਕੀ ਪਾਹੁਲ ਛਕੇ। ਸੋਈ ਸਿੰਘ ਪ੍ਰਧਾਨ ਅਵਰ ਪਾਹੁਲ ਜੋ ਨਾਂ ਲਏ। ਮਾਰੇ ਕਹਿੰਦੇ ਸਭ ਤੋਂ ਪਹਿਲੀ ਰਹਿਤ ਹੀ ਇਹ ਹੈ ਗੁਰਸਿੱਖੋ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਤੇ ਉਹ ਸਿੰਘ ਪ੍ਰਧਾਨ ਹੈ, ਮੁਖੀਆ ਹੈ, ਮਹਾਨ ਹੈ, ਜਿਹੜਾ ਖੰਡੇ ਬਾਟੇ ਦੀ ਦਾਤ ਲੈ ਕਰਕੇ ਹੋਰ ਪੌਲ ਕੋਈ ਨਹੀਂ ਲੈਂਦਾ। ਸੋਈ ਸਿੰਘ ਪ੍ਰਧਾਨ ਅਵਰ ਪਾਹੁਲ ਜੋ ਨਾਂ ਲਏ। ਮਹਾਰਾਜ ਸਾਹਿਬ ਜੀ ਦੇ ਰਹਿਤਨਾਮੇ ਦੇ ਬਚਨ ਹਨ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਇਹ ਆਗਿਆ ਕੀਤੀ ਹੈ ਕਿ ਹਰ ਇੱਕ ਪ੍ਰਾਣੀ ਮਾਤਰ ਵਾਸਤੇ ਗੁਰੂ ਕਾ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਜ਼ਰੂਰੀ ਹੈ। ਔਰ ਮਹਾਰਾਜ ਸਾਹਿਬ ਜੀ ਨੇ ਇਹ ਵੀ ਬਚਨ ਕਹੇ ਕਿ ਜੋ ਗੁਰੂ ਵਾਲਾ ਨਹੀਂ ਬਣਦਾ ਹੈ, ਗੁਰੂ ਕਾ ਅੰਮ੍ਰਿਤ ਨਹੀਂ ਛਕਦਾ ਹੈ, ਉਸ ਨੂੰ ਅਮਰ ਜੀਵਨ ਨਹੀਂ ਪ੍ਰਾਪਤ ਹੋ ਸਕਦਾ। ਇਸ ਕਰਕੇ ਅਮਰ ਜੀਵਨ ਪ੍ਰਾਪਤ ਕਰਨ ਵਾਸਤੇ, ਅਸਲ ਜੀਵਨ ਪ੍ਰਾਪਤ ਕਰਨ ਵਾਸਤੇ ਗੁਰੂ ਕਾ ਅੰਮ੍ਰਿਤ ਛਕ ਕੇ ਹੀ ਇਹ ਜੀਵਨ ਪ੍ਰਾਪਤ ਹੋਵੇਗਾ।
ਜਿਸ ਨੂੰ ਮਹਾਰਾਜ ਸਾਹਿਬ ਕਹਿੰਦੇ ਹਨ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ। ਜੀਵਨਾਂ ਵਿੱਚੋਂ ਉਹ ਜੀਵਨ ਸਫਲ ਜੀਵਨ ਹੈ ਜੋ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ, ਗੁਰੂ ਕਾ ਅੰਮ੍ਰਿਤ ਛਕ ਕੇ, ਗੁਰੂ ਕੀ ਦਸੀ ਰਹਿਤ ਵਿੱਚ ਰਹਿ ਕਰਕੇ ਜੀਵਨ ਬਤੀਤ ਕਰਨਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਹਦਾਇਤਾਂ ਦਿੱਤੀਆਂ। ਅੰਮ੍ਰਿਤ ਦੀ ਦਾਤ ਦੇ ਕਰਕੇ ਗਰੀਬ ਨਵਾਜ ਨੇ ਆਖਿਆ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਇਹ ਭਾਈ, ਇਹ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ, ਵਜਰ ਕੁਰੈਤਾਂ ਦਾ ਤਿਆਗ ਕਰਨਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਕਾਂਚੀ ਦੇ ਪੰਡਤ ਵਿਦਵਾਨ ਹਰੀ ਲਾਲ, ਕ੍ਰਿਸ਼ਨ ਲਾਲ ਚੱਲ ਕੇ ਆਏ ਸੀ ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੇ ਸ਼ੰਕੇ ਦੂਰ ਕਰਦਿਆਂ ਹੋਇਆਂ ਉਪਦੇਸ਼ ਬਖਸ਼ਿਸ਼ ਕੀਤਾ, ਸਹਿਸਕ੍ਰਿਤੀ ਬਾਣੀ ਉਚਾਰਨ ਕੀਤੀ। ਤੇ ਸਹਿਸਕ੍ਰਿਤੀ ਬਾਣੀ ਦੇ ਅੰਦਰ ਗਰੀਬ ਨਵਾਜ ਸਾਹਿਬ ਜੀ ਨੇ ਇਹ ਬਚਨ ਵੀ ਕਹੇ ਕਿ ਹੇ ਹਰੀ ਲਾਲ, ਕ੍ਰਿਸ਼ਨ ਲਾਲ, ਜਿਹੜਾ ਜੀ ਮਨੁੱਖਾ ਜਨਮ ਦੇ ਵਿੱਚ ਗੁਰੂ ਨਹੀਂ ਧਾਰਨ ਕਰਦਾ, ਗੁਰੂ ਵਾਲਾ ਨਹੀਂ ਬਣਦਾ, ਤੇ ਤਿਰਕਾਰ ਹੈ ਉਹਦੇ ਮਨੁੱਖਾ ਜਨਮ ਨੂੰ, ਤੇ ਲਾਹਨਤ ਵਾਲਾ ਹੈ ਉਸ ਦਾ ਮਨੁੱਖਾ ਜਨਮ, ਤੇ ਉਸ ਨੂੰ ਕਈਆਂ ਜੂਨਾਂ ਵਿੱਚ ਭਰਮਣਾ ਭਟਕਣਾ ਪੈਂਦਾ ਹੈ। ਉਹ ਕੁੱਤੇ ਦੀ ਜੂਨ ਵਿੱਚ ਪਵੇਗਾ, ਸੂਰ ਦੀ ਜੂਨ ਵਿੱਚ ਪਵੇਗਾ, ਗਧੇ ਦੀ ਜੂਨ ਵਿੱਚ ਪਵੇਗਾ, ਸੱਪ ਦੀ, ਕਾਂ ਦੀ ਆਦਿ ਇਹਨਾਂ ਜੂਨਾਂ ਵਿੱਚ ਉਹਨੂੰ ਪੈਣਾ ਪੈਂਦਾ ਹੈ, ਜਿਹੜਾ ਮਨੁੱਖਾ ਜਨਮ ਦੇ ਵਿੱਚ ਗੁਰੂ ਵਾਲਾ ਨਹੀਂ ਬਣਦਾ। ਮਹਾਰਾਜ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਬਚਨ ਉਚਾਰਨ ਕੀਤੇ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਗੁਰ ਮੰਤਰ ਹੀਣਾਸਿਆ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨ ਹੈ। ਮਹਾਰਾਜ ਕਹਿੰਦੇ ਜੋ ਗੁਰੂ ਦੇ ਮੰਤਰ ਤੋਂ ਹੀਣਾ ਹੈ ਐਸਾ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨ ਹੈ। ਤ੍ਰਿਕਾਰ ਜੋਗ ਹੈ ਉਹਦਾ ਜਨਮ, ਭ੍ਰਿਸ਼ਟਿਆ ਹੋਇਆ ਹੈ ਉਹਦਾ ਜਨਮ। 100 ਵਾਰੀ ਫਿਟੇ ਮੂੰਹ ਕਹੀਏ ਤੇ ਇੱਕ ਲਾਹਨਤ, ਤੇ 100 ਵਾਰੀ ਲਾਹਨਤ ਕਹੀਏ ਤੇ ਇੱਕ ਧ੍ਰਿਗ। ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਤ੍ਰਿਗੰਤ ਜਨਮ, ਤਰਕਾਰ ਜੋਗ ਹੈ, ਲਾਹਨਤ ਜੋਗ ਹੈ ਉਹ ਜਨਮ, ਤੇ ਭ੍ਰਸ਼ਟ ਨ ਹੈ, ਭ੍ਰਿਸ਼ਟਿਆ ਹੋਇਆ ਹੈ ਉਹ ਜਨਮ। ਜਿਸ ਨੇ ਮਨੁੱਖਾ ਜਨਮ ਤਾਂ ਪ੍ਰਾਪਤ ਕੀਤਾ ਹੈ ਪਰ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਗੁਰੂ ਦਾ ਮੰਤਰ ਨਹੀਂ ਲਿਆ। ਜਿਸ ਵੇਲੇ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਆ, ਉਸ ਵੇਲੇ ਗੁਰ ਮੰਤਰ ਦੀ ਦਾਤ ਦਿੰਦੇ ਹਨ, ਉਸ ਵੇਲੇ ਮੂਲ ਮੰਤਰ ਦੀ ਦਾਤ ਦਿੰਦੇ ਹਨ। ਉਸ ਵੇਲੇ ਉਹ ਆਗਿਆ ਦਿੰਦੇ ਕਿ ਭਾਈ ਇਹ ਗੁਰ ਮੰਤਰ, ਇਹ ਮੂਲ ਮੰਤਰ ਦੀ ਆਰਾਧਨਾ ਕਰਨੀ ਹੈ, ਜਪਣਾ ਹੈ ਇਸ ਨੂੰ। ਤੋ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਜਿਸ ਨੇ ਗੁਰ ਮੰਤਰ ਲਿਆ ਹੀ ਨਹੀਂ ਹੈ, ਗੁਰ ਦੀਖਿਆ ਲਈ ਨਹੀਂ ਹੈ, ਗੁਰੂ ਕੀ ਸਿੱਖਿਆ ਲਈ ਨਹੀਂ ਹੈ, ਤੇ ਉਹ ਤਾਂ ਤਰਕਾਰ ਜੋਗ ਹੈ। ਫਿਰ ਅਗਲਾ ਬਚਨ ਮਹਾਰਾਜ ਸਾਹਿਬ ਜੀ ਨੇ ਕੀਤਾ, ਕੂਕਰਾ ਹੈ, ਸੂਕਰਾ ਹੈ, ਗਰਦ ਪੈ ਹੈ, ਕਾਕਾ ਹੈ, ਸਰਪਨਾ ਹੈ, ਤੁਲ ਖਲ ਹੈ। ਆਖਿਆ ਇਹਨਾਂ ਜੂਨਾਂ ਦੇ ਵਿੱਚ ਪੈਣਾ ਪਵੇਗਾ ਔਰ ਇਹਨਾਂ ਦੇ ਤੁਲ ਹੈ ਉਹ ਜੀਵ ਜਿਸ ਨੇ ਮਾਨਸ ਜਨਮ ਦੇ ਵਿੱਚ ਗੁਰੂ ਕਾ ਮੰਤਰ ਨਹੀਂ ਲਿਆ। ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਉਂਦਿਆਂ ਹੋਇਆਂ ਸੋ ਨਿੱਕੇ ਨਿੱਕੇ ਜੀਵਾਂ ਜੰਤੂਆਂ ਦਾ ਜ਼ਿਕਰ ਕਰਕੇ ਉਦਾਹਰਨਾਂ ਦੇ ਕੇ ਸਿੱਖਿਆ ਦਿੱਤੀ। ਕਹਿੰਦੇ ਹੈ ਮਨੁੱਖ, ਆ ਕੀੜੀ ਵੱਲ ਵੇਖ, ਨਿੱਕੀ ਜਿਹੀ ਕੀੜੀ ਆ ਪਰਮੇਸ਼ਰ ਦੀ ਪੈਦਾ ਕੀਤੀ ਹੋਈ, ਤੇ ਜਿੱਧਰ ਨੂੰ ਇੱਕ ਕੀੜੀ ਜਾਂਦੀ ਉਹਦੇ ਮਗਰ ਕੀੜੀਆਂ ਦੀਆਂ ਲਾਈਨਾਂ ਲੱਗੀਆਂ ਜਾਂਦੀਆਂ, ਕੀੜੀਆਂ ਦੀ ਕਤਾਰ ਬਣੀ ਜਾਂਦੀ ਹੈ। ਨਿੱਕੀ ਜਿਹੀ ਕੀੜੀ ਇੱਕ ਧਰਤੀ ਤੇ ਤੁਰਦੀ ਹੈ, ਉਹਦੇ ਮਗਰ ਸੈਂਕੜੇ ਕੀੜੀਆਂ ਤੁਰਦੀਆਂ ਹਨ। ਉਹ ਨਿੱਕੀ ਜਿਹੀ ਕੀੜੀ ਜੇ ਕੰਧ ਤੇ ਤਾਂ ਨੂੰ ਚੜ੍ਹਦੀ ਹੈ ਤੇ ਕੰਧ ਉੱਤੇ ਉਹਦੇ ਮਗਰ ਲਾਈਨਾਂ ਲੱਗੀਆਂ ਜਾਂਦੀਆਂ, ਕਤਾਰ ਬਣੀ ਜਾਂਦੀ ਹੈ ਕੀੜੀਆਂ ਦੀ। ਕਹਿੰਦੇ ਇੱਕ ਕੀੜੀ ਵੀ ਆਪਣੇ ਆਗੂ ਦੇ ਮਗਰ ਲੱਗ ਕੇ ਤੁਰਦੀ ਹੈ। ਤੂੰ ਮਨੁੱਖ ਹੈ, ਤੂੰ ਗੁਰੂ ਦਾ ਦਰ ਛੱਡ ਕਰਕੇ, ਗੁਰੂ ਦਾ ਉਪਦੇਸ਼ ਛੱਡ ਕਰਕੇ ਸੱਜੇ ਖੱਬੇ ਤੁਰਿਆ ਫਿਰਦਾ ਹੈ, ਵੇਖ ਇੱਕ ਕੀੜੀ ਤੋਂ ਹੀ ਸਿੱਖਿਆ ਲੈ ਲੈ। ਦੂਸਰਾ ਬਚਨ ਭਾਈ ਸਾਹਿਬ ਜੀ ਨੇ ਕੀਤਾ, ਕਹਿੰਦੇ ਆਕਾਸ਼ ਵੱਲ ਵੇਖ, ਕੂੰਜਾਂ ਦੀ ਡਾਰ ਉੱਡਦੀ ਜਾਂਦੀ ਹੈ, ਕੂੰਜਾਂ ਦੀ ਡਾਰ। ਜਿੱਧਰ ਨੂੰ ਇੱਕ ਕੂੰਜ ਜਾਂਦੀ ਹੈ ਮਗਰ ਕਿੰਨੀਆਂ ਕੂੰਜਾਂ ਜਾ ਰਹੀਆਂ ਹਨ, ਇੱਕ ਕਤਾਰ ਦੇ ਵਿੱਚ ਜਾ ਰਹੀਆਂ, ਇੱਕ ਉਹਨਾਂ ਦਾ ਆਗੂ ਅੱਗੇ ਅੱਗੇ ਕੂੰਜ ਜਾ ਰਹੀ ਹੈ, ਬਾਕੀ ਸਾਰੀਆਂ ਕੂੰਜਾਂ ਮਗਰ ਜਾ ਰਹੀਆਂ। ਕਹਿੰਦੇ ਉਹਨਾਂ ਤੋਂ ਹੀ ਸਿੱਖਿਆ ਲੈ ਲਾ, ਉਹ ਵੀ ਕੂੰਜਾਂ ਵੀ ਆਪਣੇ ਆਗੂ ਦੇ ਪਿੱਛੇ ਤੁਰਦੀਆਂ। ਫਿਰ ਤੀਜਾ ਕਿਹਾ ਕਿ ਹਿਰਨਾਂ ਦੀ ਡਾਰ ਵੇਖ,
ਜਿੱਧਰ ਨੂੰ ਇੱਕ ਹਿਰਨ ਜਾਂਦੀ ਬਾਕੀ ਹਿਰਨਾਂ ਦੀ ਡਾਰ ਵੀ ਮਗਰ ਮਗਰ ਜਾਂਦੀ। ਪਰ ਕਹਿੰਦੇ ਤੂੰ ਤਾਂ ਮਨੁੱਖ ਹੈ, ਤੂੰ ਆਪਣੇ ਗੁਰੂ ਦਾ ਉਪਦੇਸ਼ ਛੱਡ ਕਰਕੇ, ਆਪਣੇ ਗੁਰੂ ਦੀ ਸਿੱਖਿਆ ਛੱਡ ਕਰਕੇ ਹੋਰ ਹੀ ਸੱਜੇ ਖੱਬੇ ਤੁਰਿਆ ਫਿਰਦਾ ਹੈ। ਤੈਨੂੰ ਇਹਨਾਂ ਪਸ਼ੂਆਂ ਪੰਛੀਆਂ ਤੋਂ ਹੀ ਸਿੱਖਿਆ ਲੈ ਕਰਕੇ ਆਪਣੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਕਰਨਾ ਚਾਹੀਦਾ ਹੈ, ਗੁਰੂ ਕੀ ਆਗਿਆ ਨੂੰ ਮੰਨਣਾ ਚਾਹੀਦਾ, ਤਾਂ ਫਿਰ ਅਮਰਤ ਅਵਿਨਾਸੀ ਚਿਰਜੀਵੀ ਜੀਵਨ ਜਿਹੜਾ ਉਹ ਪ੍ਰਾਪਤ ਹੋਵੇਗਾ। ਭਾਈ ਸਾਹਿਬ ਜੀ ਦਾ ਬਚਨ ਹੈ, ਜੈਸੇ ਏਕ ਚੀਟੀ ਪਾਸ਼ੈ ਕੋਟ ਚੀਟੀ ਚੱਲੀ ਜਾਤ, ਏਕ ਟਕ ਪਗ ਡਗਮਗ ਸਾਵਧਾਨ ਹੈ। ਜੈਸੇ ਕੂੰਜ ਪਾਂਤ ਭਲੀ ਭਾਂਤ, ਸ਼ਾਂਤ ਸਹਿਜ ਮੈਂ ਉੱਡਤ ਆਕਾਸ਼ ਚਾਰੀ, ਆਗੇ ਅਗਵਾਨ ਹੈ। ਜੈਸੇ ਮ੍ਰਿਗ ਮਾਲ ਚਾਲ ਚਲਤ ਟਲਤ ਨਾਹੇ, ਜਤਰ ਤਤਰ ਅਗਰ ਭਾਗੀ, ਰਮਤ ਤਤ ਧਿਆਨ ਹੈ। ਚੀਟੀ ਖਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਹੇ, ਪ੍ਰਾਣੀ ਗੁਰ ਪੰਥ ਛਾੜ ਚਲਤ ਅਗਿਆਨ ਹੈ। ਕਹਿੰਦੇ ਐਸਾ ਅਗਿਆਨੀ ਇਹ ਜੀਵ ਹੈ, ਪ੍ਰਾਣਾਧਾਰੀ ਜੀਵ ਹੈ। ਇੱਕ ਕੀੜੀ ਤੇ ਆਪਣੇ ਆਗੂ ਦੇ ਮਗਰ ਲੱਗ ਕੇ ਚੱਲਦੀ ਹੈ, ਇੱਕ ਕੂੰਜ ਤੇ ਆਪਣੇ ਆਗੂ ਦੇ ਮਗਰ ਲੱਗ ਕੇ ਉੱਡਦੀ ਹੈ, ਇੱਕ ਹਿਰਨ ਤੇ ਆਪਣੇ ਆਗੂ ਦੇ ਮਗਰ ਡਾਰ ਦੇ ਵਿੱਚ ਮਿਲ ਕੇ ਚੱਲਦੀ ਹੈ। ਪਰ ਇਹ ਪ੍ਰਾਣੀ 84 ਲੱਖ ਜੂਨ ਦਾ ਸਰਦਾਰ, ਇਹ ਆਪਣੇ ਗੁਰੂ ਦਾ ਉਪਦੇਸ਼ ਛੱਡ ਕਰਕੇ, ਗੁਰੂ ਕੀ ਸਿੱਖਿਆ ਛੱਡ ਕਰਕੇ, ਗੁਰੂ ਕਾ ਅੰਮ੍ਰਿਤ ਛੱਡ ਕਰਕੇ, ਅਗਿਆਨ ਵਿੱਚ ਪੈ ਕਰਕੇ ਹੋਰ ਹੀ ਪਾਸੇ ਭਰਮਦਾ ਤੇ ਭਟਕਦਾ ਫਿਰਦਾ। ਚੀਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਹੇ, ਪ੍ਰਾਣੀ ਗੁਰ ਪੰਥ ਛਾੜ ਚਲਤ ਅਗਿਆਨ ਹੈ। ਇਸ ਕਰਕੇ ਕਹਿੰਦੇ ਗੁਰੂ ਕੇ ਪੰਥ ਤੇ ਤੈਨੂੰ ਚੱਲਣਾ ਚਾਹੀਦਾ ਹੈ, ਗੁਰੂ ਕੇ ਦੱਸੇ ਹੋਏ ਨਕਸ਼ੇ ਕਦਮ ਤੇ ਤੁਰਨਾ ਚਾਹੀਦਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਚਿਰ ਜੀਵਨ ਚੇਤਨ ਨਿਤ ਨੀਤ, ਜੇ ਇਹ ਚੇਤਨ ਚੇਤੇ ਕਰੇ ਨਿਤਾ ਪ੍ਰਤੀ ਨਿਤ ਸਰੂਪ ਪਰਮੇਸ਼ਰ ਨੂੰ, ਤਾਂ ਫਿਰ ਇਹ ਨਿਤ ਸਰੂਪ ਦੇ ਨਾਲ ਮਿਲ ਕਰਕੇ ਚਿਰਜੀਵੀ ਹੋ ਜਾਵੇਗਾ। ਇਹਦਾ ਆਉਣਾ ਜਾਣਾ ਮੁੱਕ ਜਾਵੇਗਾ, ਜੰਮਣਾ ਮਰਨਾ ਮੁੱਕ ਜਾਵੇਗਾ। ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਬੇਨਤੀ ਕੀਤੀ ਨਾ, ਮਹਾਰਾਜ ਕਿਰਪਾ ਕਰੋ ਆਵਾਗਮਨ ਮੇਟ ਦਿਓ, ਮਹਾਰਾਜ ਜੰਮਣਾ ਮਰਨਾ ਮੇਟ ਦਿਓ, ਗਰੀਬ ਨਵਾਜ ਸੱਚਖੰਡ ਵਿੱਚ ਪੀੜੀ ਜਿੰਨੀ ਜਗ੍ਹਾ ਦੇ ਦਿਓ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਹੁਕਮ ਹੁੰਦਾ ਸੀ ਕਿ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਪੰਜਾਂ ਕਕਾਰਾਂ ਦੀ ਰਹਿਤ ਰੱਖੋ, ਗੁਰ ਮੰਤਰ ਮੂਲ ਮੰਤਰ ਦਾ ਜਾਪ ਕਰੋ, ਪੰਜ ਬਾਣੀਆਂ ਦਾ ਨਿਤਨੇਮ ਕਰੋ, ਸ਼ਾਮੀ ਰਹਿਰਾਸ ਸਾਹਿਬ ਦਾ ਪਾਠ ਕਰੋ, ਰਾਤੀ ਕੀਰਤਨ ਸੋਹਿਲੇ ਦੀ ਬਾਣੀ ਪੜ੍ਹਿਆ ਕਰੋ, ਔਰ ਫਿਰ ਗੁਰਬਾਣੀ ਦਾ ਵੱਧ ਤੋਂ ਵੱਧ ਅਭਿਆਸ ਕਰੋ। ਇਹ ਮਹਾਰਾਜ ਸਾਹਿਬ ਜੀ ਨੇ ਆਗਿਆ ਦਿੱਤੀ ਗਰੀਬ ਨਵਾਜ ਸਾਹਿਬ ਜੀ ਨੇ। ਔਰ ਗੁਰੂ ਕਾ ਅੰਮ੍ਰਿਤ ਛਕ ਕਰਕੇ ਫਿਰ ਗੁਰੂ ਕੇ ਸਿੱਖਾਂ ਨੂੰ ਇਹ ਅਮਰ ਜੀਵਨ ਚਿਰ ਜੀਵਨ ਇਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਇਆ। ਭਾਈ ਸ਼ਮੀਰ ਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਤੇ ਮਹਾਰਾਜ ਸਾਹਿਬ ਜੀ ਖੁਸ਼ ਹੋਏ ਭਾਈ ਸ਼ਮੀਰ ਦੇ ਉੱਤੇ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਸ਼ਮੀਰ ਕੁਝ ਮੰਗ ਤੈਨੂੰ ਦਈਏ। ਇਹ ਦੀਨੇ ਪਿੰਡ ਦਾ ਰਹਿਣ ਵਾਲਾ ਸੀ, ਮਾਲਵੇ ਦਾ, ਜੋ ਦੀਨਾ ਤੇ ਕਾਂਗੜ ਪਿੰਡ ਹੈ, ਦੋ ਪਿੰਡ ਹਨ। ਦੀਨੇ ਪਿੰਡ ਦਾ ਰਹਿਣ ਵਾਲਾ ਸੀ ਭਾਈ ਸ਼ਮੀਰ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇਹਦੇ ਤੇ ਖੁਸ਼ ਹੋਏ। ਸਤਿਗੁਰੂ ਕਹਿਣ ਲੱਗੇ, ਭਾਈ ਸ਼ਮੀਰ ਅਸੀਂ ਤੇਰੀ ਸੇਵਾ ਤੇ ਖੁਸ਼ ਹਾਂ, ਕੁਝ ਮੰਗ। ਇਹਨੇ ਬੇਨਤੀ ਕੀਤੀ, ਕਹਿਣ ਲੱਗਾ, ਮਹਾਰਾਜ ਮੇਰਾ 84 ਲੱਖ ਜੂਨਾਂ ਦਾ ਗੇੜਾ ਹੀ ਕੱਟ ਦਿਓ, ਆਵਾਗਮਨ ਕੱਟ ਦਿਓ, ਜੰਮਣ ਮਰਨ ਕੱਟ ਦਿਓ। ਸਤਿਗੁਰੂ ਕਹਿਣ ਲੱਗੇ, ਨਹੀਂ ਹੋਰ ਕੁਝ ਮੰਗ, ਕੋਈ ਜ਼ਮੀਨ, ਕੋਈ ਜਾਇਦਾਦ, ਕੋਈ ਹੋਰ ਪਦਾਰਥ ਮੰਗ ਲਾ। ਤੇਰੇ ਕਰਮਾਂ ਦੇ ਵਿੱਚ ਇਹ ਜੂਨਾਂ ਭੋਗਣੀਆਂ ਲਿਖੀਆਂ ਹੋਈਆਂ ਵਾ, ਤੂੰ ਜੰਮਣਾ ਮਰਨਾ ਤੇ ਜੂਨਾਂ ਭੋਗਣੀਆਂ। ਇਹਨੇ ਫੇਰ ਬੇਨਤੀ ਕੀਤੀ, ਮਹਾਰਾਜ ਜੇ ਖੁਸ਼ ਹੋਏ ਹੋ ਤੇ ਕਿਰਪਾ ਕਰਕੇ ਇਹ ਜੂਨਾਂ ਵਿੱਚ ਪੈਣਾ ਹੀ ਕੱਟ ਦਿਓ, 84 ਦਾ ਗੇੜਾ ਕੱਟ ਦਿਓ। ਫਿਰ ਕਈਆਂ ਦਿਨਾਂ ਤੋਂ ਬਾਅਦ ਇੱਕ ਦਿਨ ਮਹਾਰਾਜ ਸਾਹਿਬ ਜੀ ਖੁਸ਼ ਹੋਏ ਤੇ ਕਹਿਣ ਲੱਗੇ, ਭਾਈ ਸ਼ਮੀਰ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕ। ਇਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤਾਂ ਫਿਰ ਸਾਧ ਸੰਗਤ ਜੀ ਜਿਸ ਦਿਨ ਅੰਮ੍ਰਿਤ ਛਕਿਆ ਸੀ, ਰਾਤ ਨੂੰ ਸੁੱਤਾ ਤੇ ਨੀਂਦ ਦੇ ਵਿੱਚ ਜਿਸ ਵੇਲੇ ਸੁੱਤਾ ਹੈ ਰਾਤ ਨੂੰ, ਤਾਂ ਫਿਰ ਸੁਪਨੇ ਚੱਲ ਪਏ। ਤੇ ਸੁਪਨਿਆਂ ਦੇ ਵਿੱਚ ਸਾਰੀ ਰਾਤ ਇਹ ਕਈਆਂ ਜੂਨਾਂ ਦੇ ਵਿੱਚ ਪੈਂਦਾ ਰਿਹਾ ਹੈ। ਕਦੀ ਕਿਸੇ ਜੂਨ ਵਿੱਚ ਜਨਮ ਹੋ ਜਾਂਦਾ, ਫਿਰ ਮਰਦਾ ਹੈ, ਫਿਰ ਦੂਜੀ ਜੂਨ ਵਿੱਚ ਪੈਦਾ ਹੁੰਦਾ, ਫਿਰ ਮਰਦਾ ਹੈ। ਇਸ ਤਰ੍ਹਾਂ ਕਰਦਿਆਂ 150 ਜੂਨਾਂ ਰਾਤ ਰਾਤ ਹੀ ਭੋਗੀਆਂ। ਦਿਨ ਚੜ੍ਹੇ ਤੋਂ
ਜਦੋਂ ਇਸ਼ਨਾਨ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਸ ਆਇਆ ਤੇ ਗਰੀਬ ਨਵਾਜ ਕਹਿਣ ਲੱਗੇ, ਭਾਈ ਸ਼ਮੀਰ ਸਿੰਘ ਕਿਵੇਂ ਘਬਰਾਇਆ ਹੋਇਆ ਹੈ, ਤੇਰੀ ਇਹ ਹਾਲਤ ਹੋਈ ਹੈ। ਕਹਿਣ ਲੱਗਾ, ਮਹਾਰਾਜ ਕੋਈ ਇੱਕ ਵਾਰੀ ਜੰਮੇ ਮਰੇ, 2 ਵਾਰੀ ਜੰਮੇ ਮਰੇ, ਉਹਦੀ ਕੀ ਹਾਲਤ ਹੁੰਦੀ ਹੈ? ਮੈਂ ਤਾਂ ਸਾਰੀ ਰਾਤ ਹੀ ਜੰਮਦਾ ਤੇ ਮਰਦਾ ਰਿਹਾ, ਸਾਰੀ ਰਾਤ ਹੀ ਜੂਨਾਂ ਵਿੱਚ ਪਿਆ ਰਿਹਾ। ਮਹਾਰਾਜ ਇਹ ਕੀ ਮੇਰੇ ਨਾਲ ਵਾਪਰਿਆ? ਸਤਿਗੁਰੂ ਕਹਿਣ ਲੱਗੇ, ਤੇਰੇ ਤੇ ਗੁਰੂ ਕੀ ਕਿਰਪਾ ਹੋਈ ਆ, ਜਿਹੜੀਆਂ ਜੂਨਾਂ ਤੂੰ ਪ੍ਰਤੱਖ ਭੋਗਣੀਆਂ ਸੀ, ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਉਹ ਤੇਰੀਆਂ ਸੁਪਨੇ ਵਿੱਚ ਹੀ ਭੁਗਤਾ ਦਿੱਤੀਆਂ। ਮਹਾਰਾਜ ਕਹਿਣ ਲੱਗੇ, ਉਂਝ ਪ੍ਰਤੱਖ ਭੋਗਣੀਆਂ ਪੈਣੀਆਂ ਸੀ ਤੈਨੂੰ, ਪਰ ਤੂੰ ਗੁਰੂ ਕੀ ਸ਼ਰਨ ਵਿੱਚ ਆਇਆ ਹੈ, ਇਸ ਕਰਕੇ ਤੂੰ ਗੁਰੂ ਕਾ ਅੰਮ੍ਰਿਤ ਛਕਿਆ ਖੰਡੇ ਬਾਟੇ ਦਾ, ਉਹ ਤੇਰੀਆਂ ਜੂਨਾਂ ਸੁਪਨੇ ਦੇ ਵਿੱਚ ਹੀ ਕੱਟ ਦਿੱਤੀਆਂ। ਭਾਈ ਸ਼ਮੀਰ ਦੀ 84 ਸੁਪਨੇ ਵਿੱਚ ਹੀ ਕੱਟ ਦਿੱਤੀ ਮਹਾਰਾਜ ਸਾਹਿਬ ਜੀ। ਐਸੇ ਸਮਰੱਥ ਸਤਿਗੁਰੂ, ਇਹ ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਹੈ, ਗੁਰੂ ਕੇ ਅੰਮ੍ਰਿਤ ਦੀ ਸ਼ਕਤੀ ਹੈ। ਸਾਧ ਸੰਗਤ ਜੀ, ਗੁਰੂ ਕਾ ਖੰਡੇ ਬਾਟੇ ਦਾ ਇਹ ਅੰਮ੍ਰਿਤ ਐਸਾ ਮਹਾਨ ਹੈ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਸੇਵਾ 'ਚ ਹਾਜ਼ਰ ਹੋਇਆ ਭਾਈ ਦਾਨਾ। ਇਹ ਵੀ ਮਾਲਵੇ ਦਾ ਰਹਿਣ ਵਾਲਾ ਸੀ। ਇਸ ਨੇ ਸਿਰ ਦੇ ਕੇਸ ਕਟਾਏ ਹੋਏ ਸੀ ਤੇ ਦਾੜਾ ਰੱਖਿਆ ਹੋਇਆ ਸੀ ਤੇ ਤਮਾਕੂ ਵੀ ਖਾਂਦਾ ਸੀ। ਇਹ ਤਮਾਕੂ ਲਾਉਂਦਾ ਸੀ। ਜਦੋਂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਨਮਸਕਾਰ ਕੀਤੀ ਤੇ ਇਹਨੇ ਮਹਾਰਾਜ ਸਾਹਿਬ ਤੋਂ ਸਿੱਖੀ ਮੰਗੀ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਮੈਂ ਵੀ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਹਾਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਦਾਨਿਆ ਤੈਨੂੰ ਸਿੱਖ ਬਣਾ ਲਈਏ, ਪਰ 2 ਤੂੰ ਕੁਰੀਤੀਆਂ ਕਰਦਾ ਹੈ, 2 ਕੁਰੈਤਾਂ ਕਰਦਾ ਹੈ, 2 ਵੱਡੇ ਪਾਪ ਕਰਦਾ ਹੈ। ਇੱਕ ਤਾਂ ਤੂੰ ਸਿਰ ਦੇ ਕੇਸ ਬਣਾਏ ਹੋਏ ਆ ਤੇ ਦੂਸਰਾ ਤੂੰ ਤਮਾਕੂ ਲਾਉਣਾ ਹੈ, ਤਮਾਕੂ ਖਾਣਾ ਹੈ। ਇਹ ਦੋਵੇਂ ਵੱਡੇ ਪਾਪ ਆ, ਇਹਨਾਂ ਦੋਨਾਂ ਨੂੰ ਛੱਡ, ਫਿਰ ਤੈਨੂੰ ਸਿੱਖੀ ਬਖਸ਼ਾਂਗੇ। ਇਹਨੇ ਆਖਿਆ, ਮਹਾਰਾਜ ਗਰੀਬ ਨਵਾਜ, ਤਮਾਕੂ ਮੈਂ ਤਾਂ ਖਾਨਾ ਵਾਂ ਕਿਉਂਕਿ ਮੈਨੂੰ ਫਰੇਵਾ ਹੋ ਜਾਂਦਾ। ਮੈਨੂੰ ਵੈਦ ਨੇ ਦੱਸਿਆ ਵੀ ਤੂੰ ਤਮਾਕੂ ਖਾ ਲਿਆ ਕਰ, ਤਮਾਕੂ ਲਾ ਲਿਆ ਕਰ, ਤੇ ਜਿਸ ਕਰਕੇ ਤੇਰਾ ਫਰੇਵਾ ਹਟ ਜਾਵੇਗਾ। ਤੇ ਮਹਾਰਾਜ ਸਿਰ ਦੇ ਕੇਸ ਮੈਂ ਤਾਂ ਬਣਾਏ ਹੋਏ ਆ, ਮੈਨੂੰ ਉੱਲਾਂ ਪੈਂਦੀਆਂ ਵਾ, ਵੀ ਮੇਰੀਆਂ ਪੁੜਪੜੀਆਂ ਦੁਖਦੀਆਂ ਵਾ, ਦੋਵੇਂ ਪਾਸੇ ਉਹਨਾਂ ਨੂੰ ਕਹਿੰਦੇ ਉੱਲਾਂ ਪੈਣੀਆਂ, ਮੇਰੀਆਂ ਪੁੜਪੜੀਆਂ ਦੁਖਦੀਆਂ ਵਾ, ਮੈਂ ਤਾਂ ਸਿਰ ਦੇ ਕੇਸ ਬਣਾਏ ਹੋਏ। ਸਤਿਗੁਰੂ ਕਹਿਣ ਲੱਗੇ ਵੀ ਤੂੰ ਅੰਮ੍ਰਿਤ ਛਕ, ਤੇਰਾ ਇਹ ਸਿਰ ਦੁਖਣੋਂ ਵੀ ਹਟ ਜਾਵੇਗਾ ਤੇ ਤੇਰਾ ਫਰੇਵਾ ਵੀ ਹਟ ਜਾਵੇਗਾ। ਵੇਖ, ਜਿਸ ਵੈਦ ਨੇ ਤੈਨੂੰ ਤਮਾਕੂ ਖਾਣ ਵਾਸਤੇ ਲਾਇਆ ਵਾ, ਤੈਨੂੰ ਪ੍ਰੇਰਿਆ, ਉਹ ਤਾਂ ਤੇਰੀਆਂ ਜੜ੍ਹਾਂ ਪੁੱਟਣ ਲੱਗਾ, ਤੇਰੀਆਂ ਜੜ੍ਹਾਂ ਪੁੱਟਣ ਲੱਗਾ ਹੈ। ਇਸ ਕਰਕੇ ਤੂੰ ਗੁਰੂ ਕਾ ਅੰਮ੍ਰਿਤ ਛਕੇਗਾ ਤੇ ਸਤਿਗੁਰੂ ਤੇ ਜੰਮਣ ਮਰਨ ਕੱਟ ਦਿੰਦੇ ਆ। ਕਿ ਤੇਰਾ ਸਿਰ ਦੁਖਣੋਂ ਨਾ ਢਾਉਣਗੇ, ਕਿ ਤੇਰਾ ਫਰੇਵਾ ਨਾ ਹਟੇਗਾ। ਫਿਰ ਇਹਦਾ ਸੁਭਾਅ ਲਿਖਿਆ ਹੈ ਕਿ ਮਖੌਲਗੇ ਸੁਭਾਅ ਵਾਲਾ ਸੀਗਾ ਇਹ ਦਾਨਾ। ਇਹਨੇ ਆਖਿਆ, ਮਹਾਰਾਜ ਕੇਸਾਂ ਦੀ ਲੋੜ ਕੀ ਹੈ? ਕੀ ਲੋੜ ਹੈ ਕੇਸਾਂ ਨੂੰ ਰੱਖਣ ਦੀ? ਤੇ ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ, ਜਦੋਂ ਸਾਡਾ ਸਿੱਖ ਕੋਈ ਭੁੱਲ ਗਲਤੀ ਕਰਕੇ ਨਰਕਾਂ ਵਿੱਚ ਜਾਣ ਲੱਗੇ ਤੇ ਅਸੀਂ ਸਿਰ ਦੇ ਕੇਸਾਂ ਨੂੰ, ਜੂੜੇ ਨੂੰ ਵੇਖ ਕਰਕੇ ਸਿਆਣ ਕੇ ਤੇ ਉਹਨੂੰ ਕੇਸਾਂ ਤੋਂ ਫੜ ਕੇ ਨਰਕਾਂ ਚੋਂ ਕੱਢ ਲੈਂਦੇ ਹਾਂ। ਕਾਢੀ ਨਰਕ ਤੇ ਧੂਪ, ਨਰਕਾਂ ਵਿੱਚੋਂ ਖਿੱਚ ਕੇ ਕੱਢ ਲੈਂਦੇ। ਇਹਨੇ ਆਪਣੇ ਮਖੌਲਗੇ ਸੁਭਾਅ ਦੇ ਨਾਲ ਦਾਨੇ ਨੇ ਆਖਿਆ, ਮਹਾਰਾਜ ਮੇਰਾ ਦਾੜਾ ਵੇਖੋ ਕਿੱਡਾ ਲੰਮਾ, ਦਾੜੇ ਤੋਂ ਫੜ ਕੇ ਕੱਢ ਲਿਆ ਜੀ। ਸਤਿਗੁਰੂ ਕਹਿਣ ਲੱਗੇ, ਨਹੀਂ ਦਾੜੇ ਤੋਂ ਨਹੀਂ, ਸਿਰ ਦੇ ਜੂੜੇ ਤੋਂ ਫੜ ਕੇ ਕੱਢ ਲੈਂਦੇ। ਕਹਿਣ ਲੱਗਾ ਵੀ ਮਹਾਰਾਜ ਜਿਸ ਵੇਲੇ ਬੰਦੇ ਦੇ ਸਵਾਸ ਪੂਰੇ ਹੋ ਜਾਂਦੇ ਆ, ਉਹਦਾ ਅੰਤਮ ਸੰਸਕਾਰ ਹੁੰਦਾ ਹੈ, ਉਦੋਂ ਮਹਾਰਾਜ ਜਦੋਂ ਦੇਹ ਨੂੰ ਲੱਕੜਾਂ ਵਿੱਚ ਰੱਖ ਕਰਕੇ, ਚਿਖਾ ਵਿੱਚ ਰੱਖ ਕਰਕੇ ਅੱਗ ਲਾਈ ਜਾਂਦੀ ਹੈ ਤੇ ਸਾਰਾ ਕੁਝ ਤੇ ਸੜ ਕੇ ਸੁਆਹ ਹੋ ਜਾਂਦਾ ਤੇ ਕੇਸ ਅੱਗੇ ਕਿੱਥੇ ਜਾਂਦੇ ਮਹਾਰਾਜ? ਮਾਸ ਇੱਥੇ ਸੜ ਜਾਂਦਾ, ਹੱਡੀਆਂ ਇੱਥੇ ਸੜ ਜਾਂਦੀਆਂ, ਸਾਰਾ ਕੁਝ ਸਰੀਰ ਸੜ ਜਾਂਦਾ ਤੇ ਕੇਸ ਫਿਰ ਕਿੱਥੇ ਰਹਿ ਜਾਂਦੇ ਮਹਾਰਾਜ? ਅੱਗੇ ਜਾਂਦੇ ਕੇਸ ਕਿਤੇ ਪਰਲੋਕ ਵਿੱਚ। ਤੁਸੀਂ ਕਹਿੰਦੇ ਹੋ ਕੇਸਾਂ ਤੋਂ ਸਿਆਣ ਕੇ ਕੱਢ ਲੈਂਦੇ ਆ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਰੱਥ ਸਤਿਗੁਰੂ
ਕਹਿਣ ਲੱਗੇ ਦਾਨਿਆ ਵਿਖਾਈਏ ਪ੍ਰਲੋਕ ਦੀ ਹਾਲਤ ਤੈਨੂੰ, ਜੇ ਵਿਖਾ ਦਈਏ ਅੱਗੇ ਨਰਕਾਂ ਦੀ ਹਾਲਤ ਫਿਰ ਵੇਖੇਗਾ, ਫਿਰ ਜਾਣੇਗਾ, ਫਿਰ ਮੰਨੇਗਾ। ਇਹਨੇ ਕਿਹਾ ਮਹਾਰਾਜ ਜੇ ਵੇਖ ਲਵਾਂਗਾ ਫਿਰ ਤੇ ਮੰਨ ਹੀ ਲਵਾਂਗਾ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਫਿਰ ਆਪਣਾ ਤੀਰ ਰੱਖਿਆ ਇਹਦੇ ਸਿਰ ਦੇ ਉੱਤੇ, ਦਾਨੇ ਦੇ ਸਿਰ ਤੇ ਤੀਰ ਆਪਣਾ ਰੱਖਿਆ। ਕਹਿੰਦੇ ਦਾਨਿਆ ਅੱਖਾਂ ਮੀਟ ਤੇ ਵੇਖ ਹਾਲਤ। ਅੱਖਾਂ ਮੀਟੀਆਂ, ਸਿਰ ਤੇ ਤੀਰ ਹੈ, ਤੇ ਮਹਾਰਾਜ ਸਾਹਿਬ ਜੀ ਇਹਨੂੰ ਨਰਕਾਂ ਦੀ ਹਾਲਤ ਵਿਖਾ ਰਹੇ। ਦਾਨਾ ਨਰਕਾਂ ਦੀ ਹਾਲਤ ਵੇਖ ਰਿਹਾ। ਕੀ ਹੋ ਰਿਹਾ ਹੈ? ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਆ, ਕੇਸ ਕਟਾਏ ਹੋਏ ਆ, ਜਮਦੂਤ ਉਹਨਾਂ ਨੂੰ ਬਹੁਤ ਕੁੱਟ ਰਹੇ ਆ। ਬਿਨ ਕੇਸਾਂ ਸਿਰ ਕੁੱਟੀਅਨ ਚਿੰਗਾਰੈ ਕੌਣ ਛੁਡਾਏ ਹੈ। ਬਿਨਾਂ ਕੇਸਾਂ ਤੋਂ ਜਿਨ੍ਹਾਂ ਦੇ ਸਿਰ ਵਾ ਉਹਨਾਂ ਦੇ ਸਿਰ ਕੁੱਟੇ ਜਾ ਰਹੇ ਆ ਤੇ ਚਿੰਗਾਰੇ, ਉਹ ਚੀਕਾਂ ਮਾਰਦੇ। ਉਸ ਵੇਲੇ ਕੌਣ ਛੁਡਾਏ ਉਹਨਾਂ ਨੂੰ? ਫਿਰ ਉੱਥੇ ਕੌਣ ਛੁਡਾਵੇ? ਕਿਉਂਕਿ ਛਡਾਉਣਾ ਤੇ ਗੁਰੂ ਸਾਹਿਬ ਨੇ ਆ ਨਾ, ਤੇ ਗੁਰੂ ਦੀ ਗੱਲ ਉਹਨਾਂ ਨੇ ਕੋਈ ਨਹੀਂ ਮੰਨੀ, ਗੁਰੂ ਦੀ ਮੱਤ ਕੋਈ ਨਹੀਂ ਲਈ, ਗੁਰੂ ਕੀ ਸਿੱਖਿਆ ਕੋਈ ਨਹੀਂ ਲਈ। ਕਰਦੇ ਰਹੇ ਮਨ ਦੀਆਂ ਮਰਜ਼ੀਆਂ, ਮਨ ਦੀ ਮੱਤ ਤੇ ਚੱਲਦੇ ਰਹੇ। ਇਸ ਕਰਕੇ ਮਨਮਤੀਏ ਲੋਕਾਂ ਨੂੰ, ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਆ ਤੇ ਨਰਕਾਂ ਦੇ ਵਿੱਚ ਕੁੱਟ ਪੈਂਦੀ ਉਹਨਾਂ ਨੂੰ। ਦਾਨਾ ਵੇਖ ਰਿਹਾ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਵਿਖਾ ਰਹੇ ਆ ਨਰਕਾਂ ਦੀ ਹਾਲਤ। ਗੁਰਬਾਣੀ ਦੇ ਅੰਦਰ ਥਾਂ ਥਾਂ ਤੇ ਬਿਆਨ ਕੀਤੀ ਹੈ ਨਰਕਾਂ ਦੀ ਹਾਲਤ ਮਹਾਰਾਜ। ਜਿਵੇਂ ਗਰੀਬ ਨਵਾਜ ਕਹਿੰਦੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਇਹ ਧੁਰ ਕੀ ਬਾਣੀ 'ਚ ਬਚਨ ਲਿਖੇ ਆ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ 'ਚ ਬਚਨ ਆ ਵੀ ਪਾਪੀ ਜੀਵ ਜਿਹੜੇ ਆ, ਪਾਪ ਵਾਲੇ ਕਰਮ ਕਮਾਉਂਦੇ ਆ, ਉਹਨਾਂ ਨੂੰ ਫਿਰ ਰੋਣਾ ਪੈਂਦਾ, ਹਾਏ ਹਾਏ ਕਰਨੀ ਪੈਂਦੀ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ। ਜਿਵੇਂ ਮਧਾਣੀ ਮੱਥਦੀ ਹੈ, ਜਿਵੇਂ ਮਧਾਣੀ ਰਿੜਕਦੀ ਆ, ਤਿਉਂ ਮਥੇ ਧਰਮ ਰਾਏ। ਇਸੇ ਤਰ੍ਹਾਂ ਧਰਮ ਰਾਜਾ ਉਹਨਾਂ ਨੂੰ ਸਜ਼ਾਵਾਂ ਦਿੰਦਾ, ਇਸ ਤਰ੍ਹਾਂ ਰਿੜਕ ਦਿੰਦਾ। ਤਾਂ ਦਾਨਾ ਜਿਸ ਵੇਲੇ ਨਰਕਾਂ ਦੀ ਹਾਲਤ ਵੇਖਦਾ ਹੈ ਵੀ ਜਿਨ੍ਹਾਂ ਦੇ ਕੇਸ ਨਹੀਂ ਉਹਨਾਂ ਦੇ ਸਿਰ ਵਿੱਚ ਸੋਟੇ ਵੱਜਣ ਡਏ ਆ, ਜਮਦੂਤ ਕੁੱਟ ਰਹੇ ਹਨ, ਉਹ ਹਾਏ ਹਾਏ ਕਰਦੇ ਆ, ਚੀਕਾਂ ਮਾਰਦੇ, ਰੋਂਦੇ ਕਰਲਾਉਂਦੇ ਆ, ਬੇਨਤੀਆਂ ਕਰਦੇ ਵੀ ਸਾਨੂੰ ਕੋਈ ਛਡਾਵੇ। ਉੱਥੇ ਛਡਾਵੇ ਕੌਣ? ਛਡਾਵੇ ਕੌਣ? ਕਿਉਂਕਿ ਜੇ ਤਾਂ ਗੁਰੂ ਦੀ ਗੱਲ ਮੰਨੀ ਹੁੰਦੀ, ਗੁਰੂ ਦਾ ਬਚਨ ਮੰਨਿਆ ਹੁੰਦਾ, ਗੁਰੂ ਕੀ ਸਿੱਖਿਆ ਮੰਨੀ ਹੁੰਦੀ, ਤੇ ਸਤਿਗੁਰੂ ਜੀ ਨੇ ਉੱਥੇ ਬਾਂਹ ਫੜ ਕੇ ਛਡਾ ਲੈਣਾ ਸੀ। ਫਿਰ ਉਸ ਵੇਲੇ ਨਰਕਾਂ ਵੱਲ ਨੂੰ ਜਾਣ ਹੀ ਨਹੀਂ ਦੇਣਾ ਸੀ। ਸਤਿਗੁਰਾਂ ਨੇ ਛਡਾਉਣ ਦੀ ਗੱਲ ਤੇ ਵੱਖਰੀ, ਜਾਣ ਹੀ ਨਹੀਂ ਦੇਣਾ ਆਪਣੇ ਸਿੱਖ ਨੂੰ। ਪਰ ਜਿਹਨੇ ਗੁਰੂ ਦਾ ਬਚਨ ਹੀ ਨਹੀਂ ਮੰਨਿਆ ਤੇ ਗੁਰੂ ਫਿਰ ਰਾਖੀ ਕਿਵੇਂ ਕਰੇ? ਸਤਿਗੁਰੂ ਵੀ ਉਹਦੀ ਰੱਖਿਆ ਕਰਦੇ ਆ ਜਿਹੜਾ ਸਤਿਗੁਰੂ ਜੀ ਦੀ ਸਿੱਖਿਆ ਤੇ ਚੱਲਦਾ ਹੈ, ਜਿਹੜਾ ਸਤਿਗੁਰੂ ਜੀ ਦਾ ਬਚਨ ਮੰਨਦਾ। ਹੁਣ ਇਹ ਵੇਖਦਾ ਤੇ ਇਹਨੂੰ ਪਸੀਨਾ ਆਇਆ। ਜਿਵੇਂ ਬੰਦਾ ਸੁਪਨੇ ਦੇ ਵਿੱਚ ਨਹੀਂ, ਰਾਤ ਨੂੰ ਸੁੱਤਾ ਪਿਆ ਕੋਈ ਸੁਪਨਾ ਵੇਖਦਾ ਹੈ ਤੇ ਸੁਪਨੇ ਵਿੱਚ ਕੋਈ ਐਸੀ ਘਟਨਾ ਵੇਖ ਲਵੇ ਤੇ ਉਹਦਾ ਸਰੀਰ ਤਰੇਲੀਓ ਹੋ ਜਾਂਦਾ। ਕਈ ਲੋਕ ਸੁਪਨੇ ਵਿੱਚ ਸੁੱਤੇ ਪਿਆ ਕੁਝ ਐਸਾ ਵੇਖ ਲੈਣ ਤੇ ਉਹ ਬਰੜਾਉਣ ਵੀ ਲੱਗ ਪੈਂਦੇ, ਬੋਲਦੇ ਵੀ ਆ ਨਾਲ, ਕਈ ਚੀਕਾਂ ਵੀ ਮਾਰਨ ਲੱਗ ਪੈਂਦੇ, ਕਈ ਸੁੱਤੇ ਪਏ ਰੋਣ ਵੀ ਲੱਗ ਪੈਂਦੇ, ਕਈ ਸੁੱਤੇ ਪਏ ਕੋਈ ਐਸੀ ਖੁਸ਼ੀ ਵਾਲੀ ਗੱਲ ਵੇਖ ਲੈਣ ਸੁੱਤੇ ਪਿਆ, ਕਈ ਹੱਸਣ ਲੱਗ ਪੈਂਦੇ, ਕਈ ਸੁੱਤੇ ਪਏ ਖੇਡੀ ਜਾਂਦੇ ਜਿਵੇਂ ਦਿਨੇ ਖੇਡਦੇ ਹੁੰਦੇ। ਜਿਸ ਤਰ੍ਹਾਂ ਦੀ ਮਨੁੱਖ ਦੀ ਅਵਸਥਾ, ਉਹਨੂੰ ਸੁਪਨੇ ਦੇ ਵਿੱਚ ਵੀ ਉਸ ਤਰ੍ਹਾਂ ਦੀ ਹਾਲਤ, ਜਿਵੇਂ ਸੁਪਨਾ ਵੇਖਦਾ ਨਾ ਬੰਦਾ, ਪਰ ਜਿੰਨਾ ਚਿਰ ਸੁਪਨਾ ਚੱਲਦਾ ਉਹਨਾਂ ਚਿਰ ਉਹ ਸੱਚਾ ਹੀ ਲੱਗਦਾ। ਇਸ ਤਰੀਕੇ ਦੇ ਨਾਲ ਭਾਈ ਦਾਨੇ ਨੂੰ ਮਹਾਰਾਜ ਸਾਹਿਬ ਜੀ ਨੇ ਉਹਨੂੰ ਅੰਦਰੋਂ ਉੱਥੇ ਪਹੁੰਚਾ ਕਰਕੇ ਸਾਰਾ ਕੁਝ ਨਰਕਾਂ ਦੀ ਹਾਲਤ ਵਿਖਾ ਦਿੱਤੀ। ਨਾਲੇ ਵੇਖੀ ਜਾਂਦਾ ਹੈ ਤੇ ਨਾਲੇ ਸਰੀਰ ਤਰੇਲੀ ਹੋ ਗਿਆ, ਮੈਂ ਪਸੀਨਾ ਆ ਗਿਆ, ਲੱਤਾਂ ਕੰਬਲ ਲੱਗ ਪਈਆਂ ਵੀ ਇੰਨੀ ਮਾਰ ਪੈਂਦੀ ਹੈ। ਤੇ ਫਿਰ ਮਹਾਰਾਜ ਨੇ ਤੀਰ ਚੁੱਕਿਆ ਉੱਤੋਂ ਸਿਰ ਤੋਂ ਤੇ ਆਖਿਆ ਦਾਨਿਆ ਨੇਤਰ ਖੋਲ, ਅੱਖਾਂ ਖੋਲ। ਭਾਈ ਅੱਖਾਂ ਖੋਲੀਆਂ, ਝਾਟੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨ ਫੜ ਲਏ, ਜਿਹੜਾ ਇੰਨੇ ਸਵਾਲ ਜਵਾਬ ਕਰਦਾ ਪਿਆ ਸੀ। ਮਹਾਰਾਜ ਮੇਰੇ ਤੋਂ ਇੰਨੀ ਮਾਰ ਨਹੀਂ ਝੱਲੀ ਜਾਣੀ, ਇੰਨੇ ਸੋਟੇ ਜਮਦੂਤਾਂ ਤੋਂ ਮੇਰੇ ਤੋਂ ਨਹੀਂ ਖਾਧੇ ਜਾਣੇ। ਪਹਿਲਾਂ ਕਹਿੰਦਾ ਸੀ ਕੇਸ ਕਿਹੜਾ ਅੱਗੇ ਜਾਂਦੇ ਆ, ਜਦੋਂ ਸਰੀਰ ਇੱਥੇ ਸੜ ਜਾਂਦਾ ਤੇ ਕੇਸ ਇੱਥੇ ਹੀ ਸੜ ਜਾਂਦੇ ਆ।
ਹੁਣ ਜਦੋਂ ਦਸ਼ਮੇਸ਼ ਪਾਤਸ਼ਾਹ ਨੇ ਵਿਖਾ ਦਿੱਤਾ ਵੀ ਜਾਂਦੇ ਪਰਲੋਕ ਵਿੱਚ ਨਾਲ ਕਿ ਨਹੀਂ ਜਾਂਦੇ, ਫਿਰ ਮਹਾਰਾਜ ਸਾਹਿਬ ਦੇ ਚਰਨ ਫੜ ਲਏ ਉਸੇ ਮੌਕੇ ਤੇ। ਆਖਿਆ ਮਹਾਰਾਜ ਕਿਰਪਾ ਕਰੋ, ਬਖਸ਼ ਦਿਓ, ਅੰਮ੍ਰਿਤ ਦੀ ਦਾਤ ਬਖਸ਼ੋ। ਅੱਜ ਤੋਂ ਮੈਂ ਮਹਾਰਾਜ ਤਮਾਕੂ ਵੀ ਛੱਡਿਆ ਤੇ ਅੱਜ ਤੋਂ ਮੈਂ ਕੇਸ ਵੀ ਰੱਖੇ, ਮੈਂ ਸਾਬਤ ਸੂਰਤ ਹੋਇਆ, ਮੈਂ ਇੱਕ ਵੀ ਕੇਸ ਦੀ ਬੇਅਦਬੀ ਨਹੀਂ ਕਰਾਂਗਾ। ਫਿਰ ਪੰਜਾਂ ਪਿਆਰਿਆਂ ਦੇ ਰਾਹੀਂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਭਾਈ ਦਾਨੇ ਨੂੰ ਦਾਨ ਸਿੰਘ ਬਣਾਇਆ, ਜਿਸ ਨੇ ਫਿਰ ਮਾਲਵੇ ਦੀ ਸਿੱਖੀ ਰੱਖੀ। ਜਦੋਂ ਮਹਾਰਾਜ ਸਾਹਿਬ ਜੀ ਤੋਂ ਬਰਾੜਾਂ ਨੇ ਤਨਖਾਹਾਂ ਮੰਗੀਆਂ ਸੀ ਨਾ, ਮਹਾਰਾਜ ਨੇ ਢਾਲਾਂ ਨਾਲ ਤਨਖਾਹਾਂ ਦਿੱਤੀਆਂ ਸੀ ਤੇ ਭਾਈ ਦਾਨ ਸਿੰਘ ਨੂੰ ਵੀ ਆਖਿਆ ਸੀ ਤੂੰ ਵੀ ਤਨਖਾਹਾਂ ਲੈ ਲਾ। ਪਰ ਭਾਈ ਦਾਨ ਸਿੰਘ ਨੇ ਆਖਿਆ ਸੀ ਮਹਾਰਾਜ ਮੈਂ ਤਨਖਾਹਾਂ ਨਹੀਂ ਲੈਣੀਆਂ, ਮੈਨੂੰ ਸਿੱਖੀ ਬਖਸ਼ੋ, ਮੈਨੂੰ ਮਹਾਰਾਜ ਕਿਰਪਾ ਕਰੋ, ਸਿੱਖੀ ਦੀ ਦਾਤ ਹੀ ਬਖਸ਼ੋ। ਸਤਿਗੁਰੂ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੋਏ ਸੀ, ਕਹਿਣ ਲੱਗੇ ਮਾਝੇ ਦੀ ਸਿੱਖੀ ਭਾਈ ਮਾਹ ਸਿੰਘ ਨੇ ਰੱਖ ਲਈ ਤੇ ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘਾ ਤੂੰ ਰੱਖ ਲਈ। ਐਸੀਆਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਕੀਤੀਆਂ। ਉਹ ਸਾਧ ਸੰਗਤ ਜੀ, ਇਹ ਕੇਸਾਂ ਦੀ ਬਹੁਤ ਵੱਡੀ ਦਾਤ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆ। ਜਿੱਥੇ ਸਾਬਤ ਸੂਰਤ ਮਹਾਰਾਜ ਨੇ ਆਖਿਆ ਵਾ, ਪੰਜਾਂ ਕਕਾਰਾਂ ਦੇ ਵਿੱਚ ਇੱਕ ਕਕਾਰ ਕੇਸ ਵਾ ਸਾਧ ਸੰਗਤ ਜੀ, ਪਹਿਲਾ ਕਕਾਰ ਹੀ ਕੇਸ ਵਾ। ਕੇਸ ਗੁਰੂ ਕੀ ਮੋਹਰ ਹੈ, ਮਹਾਰਾਜ ਨੇ ਆਖਿਆ ਕੇਸ ਸਾਡੀ ਮੋਹਰ ਵਾ, ਤੇ ਮੋਹਰ ਤੋਂ ਹੀ ਪਤਾ ਲੱਗਦਾ। ਤੇ ਫਿਰ ਕੁਰੈਤਾਂ ਦੇ ਵਿੱਚ ਕੇਸਾਂ ਦੀ ਬੇਅਦਬੀ ਕਰਨੀ ਉਹ ਇੱਕ ਕੁਰੈਤ ਹੈ। ਕਕਾਰਾਂ ਦੇ ਵਿੱਚ ਪਹਿਲਾ ਕਕਾਰ ਕੇਸ ਹੈ ਤੇ ਬੱਜਰ ਕੁਰੈਤਾਂ ਦੇ ਵਿੱਚ ਕੇਸਾਂ ਦੀ ਬੇਅਦਬੀ ਕਰਨੀ ਇੱਕ ਵੱਡਾ ਪਾਪ ਹੈ ਗੁਰਮਤ ਦੇ ਵਿੱਚ। ਕੱਲ ਨੂੰ ਸਾਧ ਸੰਗਤ ਜੀ ਖਾਲਸਾ ਸਾਜਣਾ ਦਿਵਸ ਹੈ। ਮਹਾਰਾਜ ਸਾਹਿਬ ਜੀ ਨੇ ਪੰਜਾਂ ਕਕਾਰਾਂ ਵਿੱਚ ਪਹਿਲਾ ਕਕਾਰ ਕੇਸ ਬਖਸ਼ਿਸ਼ ਕੀਤੇ ਆ। ਕੇਸਾਂ ਨੂੰ ਕਕਾਰ ਆਖਿਆ। ਕਕਾਰ ਪਹਿਲਾ ਕਕਾਰ ਕੇਸ, ਫਿਰ ਕੰਘਾ, ਕੜਾ, ਕਿਰਪਾਨ ਤੇ ਕਛਹਿਰਾ, ਇਹ ਪੰਜ ਕਕਾਰ। ਤੇ ਫਿਰ ਕੁਰੈਤਾਂ ਜਿੱਥੇ ਮਹਾਰਾਜ ਨੇ ਆਖਿਆ ਵੀ ਇਹਨਾਂ ਦਾ ਤਿਆਗ ਕਰਨਾ, ਉਹਦੇ ਵਿੱਚ ਇਹ ਵੀ ਆਖਿਆ ਵੀ ਕੇਸਾਂ ਨੂੰ ਕਟਾਉਣਾ ਨਹੀਂ, ਇਹ ਸਭ ਤੋਂ ਵੱਡਾ ਪਾਪ ਹੈ ਭਾਈ। ਹੁਕਾ, ਹਜਾਮਤ, ਹਲਾਲੋ, ਹਰਾਮ, ਇਹ ਚਾਰ ਜੋ ਬੱਜਰ ਕੁਰੈਤਾਂ ਹਨ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਖਿਆ ਸਾਬਤ ਸੂਰਤ ਰਹਿਣਾ ਵਾ ਤੇ ਦਸਤਾਰ ਸਜਾਉਣੀ ਹੈ। ਸਾਬਤ ਸੂਰਤ, ਦਸਤਾਰ ਸਿਰਾ। ਔਰ ਮਹਾਰਾਜ ਸਾਹਿਬ ਜੀ ਨੇ ਇਹ ਕਿੰਨੀਆਂ ਬਖਸ਼ਿਸ਼ਾਂ ਕਰਕੇ ਸਾਨੂੰ ਇਹ ਦਾਤਾਂ ਬਖਸ਼ਿਸ਼ ਕੀਤੀਆਂ। ਸੋ ਕਿੰਨੀਆਂ ਕੁਰਬਾਨੀਆਂ ਕਰਕੇ ਸਾਧ ਸੰਗਤ ਜੀ, ਸੋ ਇਹ ਦਾਤ ਜਿਹੜੀ ਹੈ ਪ੍ਰਾਪਤ ਹੋਈ ਹੈ। ਗੁਰੂ ਕੇ ਸਿੱਖਾਂ ਨੇ ਇਹ ਦਾਤਾਂ ਪ੍ਰਾਪਤ ਕੀਤੀਆਂ ਤੇ ਸਾਨੂੰ ਸਾਬਤ ਸੂਰਤ ਰਹਿਣਾ ਚਾਹੀਦਾ। ਇੱਕ ਵੀ ਕੇਸ ਦੀ ਬੇਅਦਬੀ ਕਰਨ ਵਾਲਾ ਉਹ ਤਨਖਾਹੀਆ ਹੋ ਜਾਂਦਾ ਹੈ। ਕੇਸਾਂ ਨੂੰ ਭਾਵੇਂ ਸਿਰ ਤੋਂ ਕਟਾਇਆ ਜਾਵੇ, ਭਾਵੇਂ ਸਾਧ ਸੰਗਤ ਜੀ ਮਸ਼ਹਿਰੇ ਦਾੜੀ ਕਟਾਈ ਜਾਵੇ, ਭਾਵੇਂ ਭਰਭੱਟੇ ਕਟਾਏ ਜਾਣ, ਇੱਕ ਵੀ ਕੇਸ ਕਟਾਉਣ ਵਾਲਾ ਗੁਰੂ ਦਾ ਸਿੱਖ ਨਹੀਂ ਰਹਿ ਜਾਂਦਾ ਹੈ। ਉਹ ਪਤਤ ਬਣ ਜਾਂਦਾ ਹੈ, ਉਹ ਤਨਖਾਹੀਆ ਬਣ ਜਾਂਦਾ ਹੈ, ਗੁਰੂ ਦਾ ਦੇਣਦਾਰ ਬਣ ਜਾਂਦਾ ਹੈ, ਗੁਰੂ ਦਾ ਸਿੱਖ ਰਹਿ ਨਹੀਂ ਜਾਂਦਾ। ਕੇਸ ਇੱਕ ਦੀ ਵੀ ਬੇਅਦਬੀ ਜਦੋਂ ਕੋਈ ਕਰ ਲੈਂਦਾ ਹੈ। ਇਸ ਕਰਕੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਨਾ ਕੇਸਾਂ ਨੂੰ ਕਟਾਉਣਾ, ਮਨਾਉਣਾ, ਨਾ ਰੰਗਾਉਣਾ, ਨਾ ਕੋਈ ਦਵਾਈ ਆਦਿਕ ਲਾ ਕਰਕੇ ਕੇਸਾਂ ਦੀ ਬੇਅਦਬੀ ਕਰਨੀ। ਕਿਸੇ ਤਰੀਕੇ ਨਾਲ ਵੀ ਕੇਸਾਂ ਦੀ ਬੇਅਦਬੀ ਗੁਰੂ ਦਾ ਸਿੱਖ ਨਹੀਂ ਕਰ ਸਕਦਾ। ਜਿਹੜਾ ਕਰਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਰਹਿ ਜਾਂਦਾ। ਰੰਗਾਉਣ ਤੋਂ ਵੀ ਮਹਾਰਾਜ ਸਾਹਿਬ ਜੀ ਨੇ ਮਨਾਹੀ ਕੀਤੀ ਹੈ। ਕਈ ਲੋਕ ਕੇਸਾਂ ਨੂੰ ਰੰਗਾਉਂਦੇ ਹਨ, ਰੰਗ ਲਾਉਂਦੇ ਹਨ, ਪਰ ਇਹ ਵੀ ਬਚਨ ਆਉਂਦਾ ਇਸੇ ਤਰ੍ਹਾਂ ਰਹਿਤਨਾਮਿਆਂ ਦੇ ਵਿੱਚ ਵੀ ਜਿਹੜਾ ਇਹ ਕੇਸਾਂ ਨੂੰ ਰੰਗਾਉਂਦਾ ਹੈ ਉਹ ਵੀ ਤਨਖਾਹੀਆ, ਤੋ ਗੁਰੂ ਦਾ ਦੇਣਦਾਰ ਬਣਨਾ ਪੈਂਦਾ ਹੈ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਚਿਰ ਜੀਵਨ ਦੇਣ ਵਾਸਤੇ, ਸਦਾ ਦਾ ਜੀਵਨ ਦੇਣ ਵਾਸਤੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਮਹਾਰਾਜ ਕਹਿੰਦੇ ਜੋ ਚੇਤਨ ਸਰੂਪ ਨੂੰ ਨਿਤਾ ਪ੍ਰਤੀ ਚੇਤੇ ਕਰਦਾ ਹੈ ਉਹ ਚਿਰਜੀਵੀ ਹੋ ਜਾਂਦਾ ਹੈ ਤੇ ਚੇਤਨ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਦਾ ਉਹ ਸਤ ਚੇਤਨ ਆਨੰਦ ਸਰੂਪ ਦਾ ਰੂਪ ਹੀ ਹੋ ਜਾਂਦਾ ਹੈ। ਗਰੀਬ ਨਵਾਜ ਕਹਿੰਦੇ ਸਭ ਕੋਏ, ਸਾਰਾ ਸੰਸਾਰ ਹੀ, ਜਿੱਧਰ ਨਿਗਾਹ ਮਾਰ ਕੇ ਵੇਖੀਏ ਸਾਰੇ ਪਾਸੇ ਸਭ ਲੋਕ ਚਿੰਤਤ ਹੀ ਦਿਸਦੇ ਆ। ਸਾਰਿਆਂ ਨੂੰ ਚਿੰਤਾ ਹੀ ਲੱਗੀ ਹੋਈ ਹੈ। ਸਾਰੇ ਚਿੰਤਾ ਦੇ ਸੋਗ ਦੇ ਮਾਰੇ ਹੋਏ ਹੀ ਹਨ। ਹਰ ਕੋਈ ਚਿੰਤਾ ਦੇ ਸਹਿਤ ਹੀ ਹੈ ਕਿ ਮੈਨੂੰ ਬੜੀ ਚਿੰਤਾ ਹੈ, ਮੈਨੂੰ ਬੜੀ ਚਿੰਤਾ ਹੈ, ਬਹੁਤ ਚਿੰਤਾ ਹੈ।
ਚਿੰਤਤ ਹੀ ਦੀਸੈ ਸਭ ਕੋਏ। ਚਿੰਤਾ ਕੀ ਹੈ ਕਿ ਜੋ ਮੈਂ ਸੋਚਦਾ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ, ਜਿਵੇਂ ਮੈਂ ਚਾਹੁੰਦਾ ਹਾਂ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਚਿੰਤਾ। ਤੇ ਜੋ ਮਨੁੱਖ ਕਹਿੰਦਾ ਵੀ ਆਹ ਕੁਝ ਨਾ ਹੋਵੇ, ਜੇ ਉਸ ਤਰ੍ਹਾਂ ਹੋ ਜਾਵੇ ਤੇ ਫਿਰ ਚਿੰਤਾ। ਤੋ ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਚਿੰਤਾ ਉਹਦੀ ਕਰੀਏ ਕਿ ਜਿਹੜੀ ਅਣਹੋਣੀ ਹੋ ਗਈ। ਪਰ ਨਾਲ ਹੀ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਵੀ ਅਣਹੋਣੀ ਤੇ ਕਦੀ ਹੁੰਦੀ ਨਹੀਂ ਹੈ। ਜੋ ਕੁਝ ਹੋਇਆ ਹੈ ਇਹ ਹੋਣਾ ਹੀ ਸੀ, ਜੋ ਕੁਝ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ। ਅਣਹੋਣੀ ਤੇ ਕਦੀ ਹੁੰਦੀ ਨਹੀਂ, ਹੋਣੀ ਹੀ ਹੁੰਦੀ ਹੈ। ਜੋ ਵਰਤਣਾ ਹੈ ਉਹੀ ਕੁਝ ਵਰਤਦਾ ਹੈ। ਚਿੰਤਾ ਉਹਦੀ ਕਰੀਏ ਜਿਹੜੀ ਅਣਹੋਣੀ ਹੋਈ ਹੋਵੇ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤਾਂ ਗਰੀਬ ਨਵਾਜ ਕਹਿੰਦੇ ਵੀ ਸਭ ਕੋਈ ਚਿੰਤਾ ਦਾ ਹੀ ਗ੍ਰਸਿਆ ਹੋਇਆ ਦਿਸਦਾ ਹੈ, ਹਰ ਇੱਕ ਨੂੰ ਚਿੰਤਾ ਲੱਗੀ ਹੋਈ ਹੈ। ਮਹਾਰਾਜ ਚਿੰਤਾ ਕਿਵੇਂ ਦੂਰ ਹੋ ਸਕਦੀ, ਜੀਵ ਸੁਖੀ ਕਿਵੇਂ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਜੇ ਇੱਕ ਦਾ ਚਿੰਤਨ ਕਰੇ, ਜੇ ਇੱਕ ਨੂੰ ਚੇਤੇ ਕਰੇ, ਇੱਕ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰੇ ਤਾਂ ਹੀ ਸੁਖ ਹੋਏ, ਤਾਂ ਹੀ ਇਹ ਸੁਖੀ ਹੋ ਸਕਦਾ ਹੈ। ਜਿੱਥੇ ਇੱਕ ਪਰਮੇਸ਼ਰ ਨੂੰ ਚੇਤੇ ਕੀਤਾ ਜਾਂਦਾ ਹੈ ਉਹ ਜੀਵ, ਉਹਦਾ ਹਿਰਦਾ ਸੁਖੀ ਹੁੰਦਾ ਹੈ, ਨਹੀਂ ਤੇ ਜੀਵ ਚਿੰਤਾ ਦਾ ਗ੍ਰਸਿਆ ਹੀ ਰਹਿੰਦਾ ਹੈ। ਇਹ ਭਾਈ ਜਿਸ ਵੇਲੇ ਵਾਹਿਗੁਰੂ ਦੇ ਨਾਮ ਵਿੱਚ ਰਚ ਮਿਚ ਜਾਵੇਗਾ ਨਾ, ਹਰ ਵੇਲੇ ਨਾਮ ਜਪੇਗਾ, ਗੁਰੂ ਕਾ ਸਿੱਖ ਬਣ ਕੇ, ਗੁਰੂ ਕੀ ਸਿੱਖਿਆ ਲੈ ਕਰਕੇ, ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕਰੇਗਾ, ਗੁਰਬਾਣੀ ਦਾ ਵਾਰ-ਵਾਰ ਅਭਿਆਸ ਕਰੇਗਾ। ਜਦੋਂ ਇਹ ਰਚ ਜਾਵੇਗਾ ਵਾਹਿਗੁਰੂ ਦੇ ਨਾਮ ਵਿੱਚ, ਫਿਰ ਨਾਮ ਇਹਦੇ ਚਿੱਤ ਵਿੱਚ ਵਸ ਜਾਵੇਗਾ। ਜਦੋਂ ਨਾਮ ਚਿੱਤ ਵਿੱਚ ਵਸ ਗਿਆ ਫਿਰ ਚਿੰਤਾ ਚਿੱਤ ਤੋਂ ਦੂਰ ਹੋ ਜਾਵੇਗੀ। ਫਿਰ ਮੁਕਤ ਹੋ ਗਿਆ ਜਦੋਂ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਗਿਆ। ਜਿੰਨਾ ਚਿਰ ਨਾਮ ਦੇ ਨਾਲ ਇਹਦੀ ਗੂੜੀ ਸਾਂਝ ਨਹੀਂ ਨਾ ਪਈ ਅੰਦਰੋਂ ਬਾਹਰੋਂ, ਉਹਨਾਂ ਚਿਰ ਇਹ ਚਿੰਤਾ ਦਾ ਮਾਰਿਆ ਹੀ ਰਹੇਗਾ। ਜਦੋਂ ਨਾਮ ਨਾਲ ਜੁੜ ਜਾਵੇਗਾ ਫਿਰ ਮੁਕਤ ਹੋ ਜਾਵੇਗਾ। ਫਿਰ ਇਹ ਬੰਧਨ ਕੱਟੇ ਜਾਣਗੇ। ਮੁਕਤ ਹੋਣਾ ਕੀ ਹੈ? ਬੰਧਨਾਂ ਤੋਂ ਰਹਿਤ ਹੋ ਜਾਣਾ, ਬੰਧਨਾਂ ਦੀ ਖਲਾਸੀ ਹੋ ਜਾਣੀ, ਬੰਧਨ ਖੁੱਲ ਜਾਣੇ। ਤੇ ਬੰਧਨ ਕੀ ਹਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ, ਇਹ ਉਸਤਤੀ, ਨਿੰਦਿਆ, ਹਰਖ, ਸੋਗ, ਸਾਰੇ ਬੰਧਨ ਹਨ। ਇਹ ਬੰਧਨ ਜਿਹੜੇ ਉਸ ਵੇਲੇ ਹੀ ਮਹਾਰਾਜ ਕਹਿੰਦੇ ਖੁੱਲਦੇ ਆ ਜਿਸ ਵੇਲੇ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਵਸਦਾ ਹੈ। ਉਸਤਤ ਨਿੰਦਿਆ ਨਾਹੇ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਜੋ ਉਸਤਤੀ ਤੇ ਨਿੰਦਿਆ ਤੋਂ ਰਹਿਤ ਹੋ ਗਿਆ। ਤੇ ਉਸਤਤੀ ਨਿੰਦਿਆ ਤੋਂ ਰਹਿਤ ਕਦੋਂ ਹੋਵੇਗਾ? ਜਦੋਂ ਨਾਮ ਦੇ ਨਾਲ ਜੁੜੇਗਾ। ਜਿੰਨਾ ਚਿਰ ਨਾਮ ਨਾਲ ਨਹੀਂ ਜੁੜਿਆ ਫਿਰ ਜਾਂ ਕਿਸੇ ਦੀ ਉਸਤਤੀ ਕਰੇਗਾ ਜਾਂ ਕਿਸੇ ਦੀ ਨਿੰਦਿਆ ਕਰੇਗਾ, ਜਾਂ ਆਪਣੀ ਉਸਤਤੀ ਸੁਣ ਕੇ ਖੁਸ਼ ਹੋਵੇਗਾ, ਆਪਣੀ ਨਿੰਦਿਆ ਸੁਣ ਕਰਕੇ ਘਬਰਾਵੇਗਾ। ਇਹ ਕੁਝ ਚੱਲਦਾ ਰਹੇਗਾ। ਜਦੋਂ ਨਾਮ ਨਾਲ ਜੁੜ ਗਿਆ ਫਿਰ ਉਸਤਤੀ ਨਿੰਦਿਆ ਦਾ ਤਿਆਗ ਹੋ ਜਾਵੇਗਾ। ਫਿਰ ਮਹਾਰਾਜ ਕਹਿੰਦੇ ਸੋਨਾ ਤੇ ਲੋਹਾ ਇੱਕੋ ਜਿਹਾ ਇਹਨੂੰ ਪ੍ਰਤੀਤ ਹੋਵੇਗਾ, ਫਿਰ ਮੁਕਤ ਹੋ ਜਾਵੇਗਾ। ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਪਰ ਇਹ ਦਾਤ ਉਦੋਂ ਮਿਲੇਗੀ ਜਦੋਂ ਨਾਮ ਦੇ ਨਾਲ ਇਹਦਾ ਪ੍ਰੇਮ ਪੈ ਜਾਵੇਗਾ, ਜਦੋਂ ਵਾਹਿਗੁਰੂ ਦੀ ਆਗਿਆ ਇਸ ਨੂੰ ਚੰਗੀ ਲੱਗੇਗੀ, ਅੰਦਰੋਂ ਪਿਆਰੀ ਲੱਗੇਗੀ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ। ਫਿਰ ਕਿਸੇ ਨੇ ਮਾਨ ਸਨਮਾਨ ਕਰ ਦਿੱਤਾ ਤਾਂ ਵੀ ਉਸੇ ਤਰ੍ਹਾਂ ਇਹਦੀ ਅਵਸਥਾ ਰਹੇਗੀ, ਜੇ ਕਿਸੇ ਨੇ ਨਿਰਾਦਰ ਕਰ ਦਿੱਤਾ ਤਾਂ ਵੀ ਉਸ ਅਵਸਥਾ ਵਿੱਚ ਰਹੇਗੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਮਹਾਰਾਜ ਕਹਿੰਦੇ ਮੁਕਤ ਭਇਆ, ਫਿਰ ਮੁਕਤ ਹੋ ਜਾਵੇਗਾ। ਇਹਦੇ ਬੰਧਨ ਖੁੱਲ ਜਾਣਗੇ। ਪਤ ਸਿਉ ਘਰ ਜਾਏ, ਫਿਰ ਪਤ ਦੇ ਨਾਲ, ਇੱਜ਼ਤ ਦੇ ਨਾਲ ਆਪਣੇ ਘਰ ਵਿੱਚ ਜਾਵੇਗਾ। ਇਹ ਸੱਚਖੰਡ ਰੂਪੀ ਘਰ ਵਿੱਚ ਜਾਵੇਗਾ। ਫਿਰ ਆਪਣੇ ਘਰ ਵਿੱਚ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਫੇੜ ਮੱਲਿਆ ਵਾਲੀ ਅਵਸਥਾ ਇਸ ਨੂੰ ਪ੍ਰਾਪਤ ਹੋਵੇਗੀ। ਇਹ 23ਵੀਂ ਪੌੜੀ ਅੰਦਰ
सतगुरु जी ने उपदेश बख्शिया। गुरु साहब जी की अगाध बोध बाणी की विचार सांझी करदियां होईयां भुल्लां चुक्कां दी सतगुरु जी गुर संगत जी खिमा देनी। आप समूह संगत की सेवा दे विच अदब सहित बेनती है, कल नूं साध संगत जी खालसा साजना दिवस है, जिस दिन महाराज गुरु कलगीधर पातशाह जी ने 1699 ईस्वी 30 मार्च नूं उदों ये खालसा साजना दिवस महाराज साहब जी ने खालसे की साजना की सी। कल नूं 14 अप्रैल है, 14 अप्रैल नूं विसाखी का दिहाड़ा आ रहा है और उस मौके ते 30 मार्च नूं महाराज साहब जी ने 5 सिखां दे सीस लै करके ते 5 बाणियां पढ़ के खंडे बाटे का अमृत तैयार करके ते खालसे की साजना की ते 5 तो आप भी अमृत छकिया ते अपने सिखां सेवकां नूं अमृत की दात बख्शिश की। तो सतगुरु गरीब नवाज साहब जी ने 1699 ईस्वी 1756 बिक्रमी संमत तां ये खालसे का महान पवित्र दिहाड़ा, खालसे का प्रगट होने वाला दिन, खालसा अकाल पुरख की फौज प्रगटे हो खालसा परमात्मा की मौज। जिन्हां ने माइयां भाइयां ने हुण ती खंडे बाटे का अमृत नहीं छकिया, वो भाई अपने मन बनाओ, गुरु का अमृत छको। सानू मनुखा जन्म प्राप्त होया है, 5 ककारां की रहत रख के गुरु का अमृत छक के गुरु की खुशियां प्राप्त करो। जिन्हां ने गुरु के प्यारियां ने गुरु का अमृत छकिया है, उन्हां दे वड्डे भाग सतगुरु नितनेम दीआं दातां बख्शण, 5 ककारां की रहत की दात बख्शण, कुरैतां तो सानू बचा के रखण। गुरु की कृपा होवे, सतगुरु सच्चे पातशाह जी कृपा करन जी। अखीरलियां पंक्तियां का जाप करिए जी। चित वसै राजै हर नाई, मुक्त भया पत स्यों घर जाए। वाहिगुरु जी का खालसा, वाहिगुरु जी की फतेह।